ਇਹ ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਪੌਣ, ਪਾਣੀ, ਅਗਨੀ, ਧਰਤੀ, ਆਕਾਸ਼। ਪਰ ਜੋ ਇਸ ਸਰੀਰ ਨੂੰ ਚਲਾ ਰਿਹਾ ਹੈ, ਜਿਸ ਨੂੰ ਸਵਾਸਾਂ ਦਾ ਧਨ ਦਿੱਤਾ ਹੋਇਆ, ਉਸ ਨੂੰ ਗੁਰਬਾਣੀ ਵਿੱਚ ਮਨ ਕਹਿੰਦੇ ਆ। ਸਤਿਗੁਰਾਂ ਨੇ ਉਹਨੂੰ ਮਨ ਕਿਹਾ, ਜੋਤ ਸਰੂਪ ਕਿਹਾ। ਜਿਹੜਾ ਮਨ ਹੈ ਉਹ ਦ੍ਰਿਸ਼ਟਮਾਨ ਤੱਤਾਂ ਨੂੰ ਚਲਾਉਂਦਾ ਪਿਆ, ਤੇ ਮਨ ਜਿਹੜਾ ਆਪ ਹੈ ਉਹ ਸੂਖਮ ਪੰਜਾਂ ਤੱਤਾਂ ਦੀ ਜੋਤ ਹੈ। ਦ੍ਰਿਸ਼ਟਮਾਨ ਤੋਂ ਭਾਵ ਹੈ ਜਿਹੜੀ ਇਸ ਅੱਖਾਂ ਦੇ ਨਾਲ ਦਿਖਦੀ ਹੈ। ਸੂਖਮ ਜੋਤ ਤੋਂ ਭਾਵ ਹੈ ਜਿਹੜਾ ਧਿਆਨ ਦੇ ਵਿੱਚ, ਵਿਵੇਕਤਾ ਦੇ ਵਿੱਚ ਜਾ ਕੇ ਦਰਸ਼ਨ ਦਿੰਦਾ ਹੈ। ਮਨ ਦੀ ਜੋਤ ਜਿਹੜੀ ਹੈ ਉਹ ਸੂਖਮ ਪੰਜ ਤੱਤਾਂ ਦੀ ਹੈ। ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤੱਤੇ ਜਨਮਾ। ਤੇ ਜੇ ਮਨ ਦਾ ਆਪਾਂ ਸਰੂਪ ਪਹਿਲੋਂ ਪਹਿਚਾਣ ਕਰਾਂਗੇ, ਫਿਰ ਉੱਥੋਂ ਸਾਡੇ ਮਿਲਾਪ ਦੀ ਕਹਾਣੀ ਜਿਹੜੀ ਹੈ ਸ਼ੁਰੂ ਹੁੰਦੀ ਹੈ। ਕਿਉਂਕਿ ਮਿਲਾਪ ਮਨ ਨੇ ਕਰਨਾ ਹੈ, ਧਿਆਨ ਦੁਆਰਾ ਕਰਨਾ ਹੈ, ਸੁਰਤ ਦੇ ਵਿੱਚ ਕਰਨਾ ਹੈ। ਅਬੋਧ ਅਤੇ ਬੋਧ ਅਵਸਥਾ ਨੇ, ਉਹ ਅਬੋਧ ਅਵਸਥਾ ਦੇ ਵਿੱਚ ਅਸੀਂ ਹੁਣ ਵਿਚਰ ਰਹੇ ਹਾਂ, ਜਿਹਦੇ ਵਿੱਚ ਸਾਡੀ ਬੁੱਧੀ ਦਾ ਪ੍ਰਗਾਸ ਨਹੀਂ ਹੋਇਆ, ਵਿਵੇਕਤਾ ਨਹੀਂ ਆਈ। ਰਜਗੁਣ, ਤਮਗੁਣ, ਸਤਗੁਣ, ਇਹ ਤਿੰਨਾਂ ਗੁਣਾਂ ਦੇ ਵਿੱਚ ਆਪਾਂ ਵਿਚਰਦੇ ਹਾਂ। ਤੇ ਜਿਹੜੀ ਬੋਧ ਅਵਸਥਾ ਹੈ ਉਹ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਹੁੰਦੀ ਹੈ, ਸ਼ਬਦ ਦੀ ਘਾਲਣਾ ਘਾਲ ਕੇ ਹੁੰਦੀ ਹੈ। ਜਿੰਨੀ ਦੇਰ ਤੱਕ ਅਸੀਂ ਗੁਰਮੰਤਰ ਦੀ ਪ੍ਰਾਪਤੀ ਨਹੀਂ ਕੀਤੀ, ਵਾਹਿਗੁਰੂ ਸ਼ਬਦ, ਰਾਮ ਨਾਮ ਦਾ ਸ਼ਬਦ, ਹਰੀ ਨਾਮ ਦਾ ਸ਼ਬਦ, ਆਪਾਂ ਗੁਰਮੰਤਰ ਨਹੀਂ ਲਿਆ, ਅਸੀਂ ਗੁਰਮੰਤਰ ਦਾ ਜਾਪ ਨਹੀਂ ਕਰਦੇ, ਉਨੀ ਦੇਰ ਤੱਕ ਜਿਹੜਾ ਸਾਡਾ ਮਨ ਹੈ ਇਹ ਤ੍ਰੈਗੁਣਾ ਤੋਂ, ਇਹ ਭਵਜਲ ਤੋਂ ਅਤੀਤ ਨਹੀਂ ਹੁੰਦਾ। ਕੱਲਾ ਗਿਆਨ ਆਪਾਂ ਕਰਦੇ ਰਹੀਏ ਦ੍ਰਿੜ, ਗਿਆਨ ਦੇ ਵਿੱਚ ਮਨ ਕਥਾ ਕਹਾਣੀਆਂ ਦੇ ਨਾਲ ਪ੍ਰੇਮ ਪਾ ਲਏਗਾ, ਵਿਆਕਰਨ ਦੇ ਨਾਲ, ਵਿਦਿਆ ਦੇ ਨਾਲ ਪ੍ਰੇਮ ਪਾ ਲਏਗਾ, ਸੁਣ ਸੁਣ ਕੇ ਛੱਡੀ ਆਉਂਦਾ। ਮਨ ਆਪ ਦੇ ਸਰੂਪ ਦੀ ਪਹਿਚਾਣ ਦੋ ਤਰੀਕਿਆਂ ਦੇ ਨਾਲ ਕਰਦਾ ਹੈ। ਇੱਕ ਤਾਂ ਹੁੰਦੀ ਹੈ ਸਿਰਫ ਕਥਨ ਦੁਆਰਾ, ਸੁਣ ਸੁਣਾ ਕੇ। ਮੈਂ ਤੁਹਾਨੂੰ ਦੱਸ ਦਿੱਤਾ ਕਿ ਮਨ ਜੋਤ ਸਰੂਪ ਹੈ, ਮਨ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ, ਇਹ ਗਿਆਨ ਹੋ ਗਿਆ ਸਾਨੂੰ। ਦੂਸਰੀ ਜਿਹੜੀ ਹੈ, ਦ੍ਰਿਸ਼ਟਾਂਤ ਦੇ ਵਿੱਚ ਜਾ ਕੇ ਜਦੋਂ ਮਨ ਆਪ ਦੀ ਕਮਾਈ ਕਰਦਾ ਹੈ, ਸ਼ਬਦ ਗੁਰਮੰਤਰ ਦਾ ਅਭਿਆਸ ਕਰਦਾ ਹੈ, ਸ਼ਬਦ ਦੀ ਕਮਾਈ ਦੇ ਨਾਲ ਆਪ ਦੇ ਪ੍ਰਕਾਸ਼ ਰੂਪ ਉਸ ਦੇਹ ਦੇ ਦਰਸ਼ਨ ਕਰਦਾ ਹੈ, ਜਿੱਥੇ ਗੁਰਬਾਣੀ ਗੁਰੂ ਕਹਿੰਦੇ ਨੇ ਇਹ ਮਨ ਆਰਸੀ ਕੋਈ ਗੁਰਮੁਖ ਵੇਖੈ। ਆਰਸੀ ਕਿਹਾ ਜਾਂਦਾ ਸ਼ੀਸ਼ੇ ਨੂੰ। ਕਹਿੰਦੇ ਇਹ ਸ਼ੀਸ਼ੇ ਵਰਗਾ ਬਿਲਕੁਲ ਸਾਫ਼ ਮਨ ਹੈ, ਪ੍ਰਕਾਸ਼ ਜੋਤ ਸਰੂਪ, ਦਰਪਣ ਦੀ ਨਿਆਈ ਹੈ। ਪਰ ਕਹਿੰਦੇ ਕੋਈ ਗੁਰਮੁਖ ਵੇਖਦਾ। ਤੇ ਜਿਹੜੀ ਮਨ ਦੀ ਭਗਤੀ ਦੱਸੀ ਹੈ, ਮਹਾਰਾਜ ਜੀ ਕਹਿੰਦੇ ਇਹਦੀ ਭਗਤੀ ਸੰਸਾਰ ਦੇ ਵਿੱਚ ਰਹਿ ਕੇ ਨਹੀਂ ਹੁੰਦੀ। ਵੀ ਜੇ ਆਪਾਂ ਕਹੀਏ ਵੀ ਅਸੀਂ ਰਾਮ ਰਾਮ ਜਪਦੇ ਹਾਂ, ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਅਸੀਂ ਵੇਦ ਕਤੇਬ ਪੜ੍ਹਦੇ ਹਾਂ, ਅਸੀਂ ਕਹਾਣੀਆਂ, ਸਾਨੂੰ ਗਿਆਨ ਇੰਨਾ ਨਹੀਂ। ਇੱਥੇ ਜੋ ਰਾਮ ਨਾਮ ਦਾ ਜਪ ਕੀਤਾ ਜਾਂਦਾ ਹੈ, ਵਾਹਿਗੁਰੂ ਗੁਰਮੰਤਰ ਦਾ ਜਪ ਕੀਤਾ ਜਾਂਦਾ ਹੈ, ਗਿਆਨ ਕੀਤਾ ਜਾਂਦਾ ਹੈ, ਇਹ ਮਨ ਨੂੰ ਇਸ ਸਰੀਰ ਤੋਂ ਵੱਖਰਾ ਕਰਨ ਦੇ ਲਈ ਕੀਤਾ ਜਾਂਦਾ ਹੈ। ਕਿਉਂਕਿ ਦੋ ਦੇਹੀਆਂ ਦਾ ਸੁਮੇਲ ਹੈ। ਇਸ ਸਰੀਰ ਦੇ ਬਾਰੇ ਮਹਾਰਾਜ ਜੀ ਕਹਿੰਦੇ ਨੇ ਕਿ ਇਹ 10 ਦਰਵਾਜ਼ਿਆਂ ਦਾ ਬਣਿਆ ਹੋਇਆ। ਜਦੋਂ ਮਨ ਇਹਨਾਂ 9 ਦਰਵਾਜ਼ਿਆਂ ਨੂੰ, 2 ਅੱਖਾਂ ਨੂੰ, 2 ਕੰਨ, 2 ਨੱਕ ਦੇ ਛਿਦਰ, ਮੁੱਖ ਹੈ, ਮਲ ਮੂਤ ਇੰਦਰੀਆਂ, ਇਹਨਾਂ 9 ਦ੍ਰਿਸ਼ਟਮਾਨ ਦਰਾਂ ਨੂੰ ਛੱਡ ਕੇ ਆਪ ਦੇ ਅੰਦਰ ਜਿਹੜਾ ਸੂਖਮ 10ਵਾਂ ਘਰ ਹੈ ਉਹਦੇ ਵਿੱਚ ਜਾਏਗਾ। ਉੱਥੋਂ ਭਗਤੀ ਸ਼ੁਰੂ ਹੁੰਦੀ ਹੈ। ਤੇ ਮਨ ਜਾਏਗਾ ਕਿਵੇਂ? ਮਨ ਜਿਹੜਾ ਪ੍ਰਕਾਸ਼ ਰੂਪ ਹੈ ਤੇ ਉਹ ਧਿਆਨ ਦੀ ਰਫਤਾਰ ਦੇ ਨਾਲ ਚੱਲਦਾ ਹੈ, ਬੋਧ ਅਵਸਥਾ ਵਿੱਚ ਚੱਲਦਾ ਹੈ। ਮਨ ਨੂੰ ਧਿਆਨ ਵੀ ਕਿਹਾ ਗਿਆ, ਸੁਰਤ ਵੀ ਕਿਹਾ ਗਿਆ। ਜਿੱਥੇ ਸੁਰਤੀ, ਜਿੱਥੇ ਮਨ ਦਾ ਵਿਚਾਰ ਧਿਆਨ ਚੱਲਦਾ ਪਿਆ ਹੈ, ਮਨ ਉੱਥੇ ਮੰਨਿਆ ਜਾਂਦਾ ਹੈ।
ਤੇ ਜੇਕਰ ਮਨ ਸਾਰੀ ਦਿਹਾੜੀ ਵਿਚਾਰਾਂ ਦੇ ਵਿੱਚ ਚੱਲਦਾ ਰਹਿੰਦਾ ਹੈ, ਜਿਵੇਂ ਕਾਮ ਕ੍ਰੋਧ ਮੋਹ ਹੰਕਾਰ ਦੇ ਵਿਚਾਰ ਫੁਰਨੇ ਆਉਂਦੇ ਆ, ਉਹਨਾਂ ਨੂੰ ਲੈ ਲਿਆ, ਸੋਚ ਲਿਆ, ਆਸ਼ਾ ਅਭਿਲਾਸ਼ਾ ਆਈ, ਦ੍ਰਿਸ਼ਟਮਾਨ ਕਰਮ ਦੇ ਫੁਰਨੇ ਆਏ, ਗ੍ਰਸਤ ਦੇ ਫੁਰਨੇ ਆਏ, ਇਹਨੂੰ ਮਹਾਰਾਜ ਕਹਿੰਦੇ ਨੇ ਸਾਰਾ ਸਵਾਸਾਂ ਦਾ ਧਨ ਖਰਾਬ ਕਰਦਾ ਪਿਆ। ਤੇ ਜਦੋਂ ਮਨ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਗੁਰ ਮੰਤਰ ਦੀ ਕਮਾਈ ਲੈ ਕੇ, ਜੋ ਸਾਡੇ ਅੰਦਰ ਗੁਰੂ ਸਾਹਿਬ ਨੇ ਅਵਸਥਾ ਦੱਸੀ ਹੋਈ ਹੈ, ਸੁੰਨ ਦੀ ਅਵਸਥਾ, ਵਿਚਾਰਾਂ ਤੋਂ ਉੱਪਰ ਉੱਠ ਕੇ 10ਵੇਂ ਘਰ ਦੀ ਅਵਸਥਾ ਵਿੱਚ ਬੈਠਦਾ, ਫਿਰ ਆਪ ਦੀ ਕਮਾਈ ਸ਼ੁਰੂ ਕਰਦਾ। ਹੁਣ ਜਦੋਂ ਗੁਰਬਾਣੀ ਗੁਰੂ ਦੀ ਖੋਜ ਕਰੀਏ ਤੇ ਮਹਾਰਾਜ ਕਹਿੰਦੇ ਆ ਵੀ ਤੁਹਾਡੀ ਜਿਹੜੀ ਭਗਤੀ ਹੈ ਉਹ ਅੱਖਰਾਂ ਦੇ ਵਿੱਚ ਨਹੀਂ, ਸੰਸਾਰ ਦੇ ਗਿਆਨ ਦੇ ਵਿੱਚ ਨਹੀਂ, ਸਾਡੀ ਭਗਤੀ ਜਿਹੜੀ ਹੈ ਉਹ ਅਨਹਦ ਬਾਣੀ ਤੋਂ ਸ਼ੁਰੂ ਹੁੰਦੀ ਆ। ਜਿੱਥੇ ਮਹਾਰਾਜ ਕਹਿੰਦੇ ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋ। ਪਰ ਅਨਹਦ ਬਾਣੀ ਪ੍ਰਗਟ ਕਿਵੇਂ ਹੋਵੇ, ਅਨਹਦ ਬਾਣੀ ਨੂੰ ਸੁਣੀਏ ਕਿਵੇਂ? ਤੇ ਮਹਾਰਾਜ ਕਹਿੰਦੇ ਵੀ ਜੋ ਅਨਹਦ ਸ਼ਬਦ ਹੈ ਉਹ ਘਟ ਘਟ ਦੇ ਵਿੱਚ ਵੱਜ ਰਿਹਾ, ਸਾਡੀ ਦੇਹੀ ਦੇ ਵਿੱਚ ਵੀ ਵੱਜ ਰਿਹਾ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ। ਪਰ ਜੇ ਤੁਸੀਂ ਇਕਾਗਰਤਾ ਦੇ ਵਿੱਚ ਆ ਕੇ, ਜਾਗਰਤ ਅਵਸਥਾ ਦੇ ਵਿੱਚ ਆ ਕੇ ਧਿਆਨ ਰੂਪ ਹੋ ਕੇ ਆਪ ਦੀ ਦੇਹੀ ਦੀ ਖੋਜ ਕਰੋਗੇ, ਫਿਰ ਉਹ ਸ਼ਬਦ ਬਾਣੀ ਨੇ ਤੁਹਾਨੂੰ ਸਰਵਣ ਹੋਣਾ। ਅਨਹਦ ਬਾਣੀ ਦਾ ਰੂਪ ਕਿਹੋ ਜਿਹਾ? ਅਨਹਦ ਬਾਣੀ ਕਿਸੇ ਭਾਸ਼ਾ ਦੇ ਵਿੱਚ ਨਹੀਂ ਚੱਲਦੀ ਵੀ ਆਪਾਂ ਕਹੀਏ ਵੀ ਗੁਰਮੁਖੀ ਭਾਸ਼ਾ ਦੇ ਵਿੱਚ ਹੈ, ਹਿੰਦੀ ਦੇਵਨਾਗਰੀ ਵਿੱਚ ਹੈ, ਕੋਈ ਉਰਦੂ ਫਾਰਸੀ ਦੇ ਵਿੱਚ ਹੈ। ਅਨਹਦ ਬਾਣੀ ਚੱਲਦੀ ਹੈ ਸਾਜ਼ਾਂ ਦੇ ਰੂਪ ਦੇ ਵਿੱਚ। ਤੇ ਮਨ ਜਿਸ ਦੇਸ਼ ਤੋਂ ਆਇਆ ਹੈ, ਜਿੱਥੋਂ ਆ ਕੇ ਇਸ ਨੇ ਇਸ ਸਰੀਰ ਦੇ ਨਾਲ ਸੰਪਰਕ ਕਰਿਆ ਹੈ, ਮਾਤਲੋਕ ਦੇ ਨਾਲ ਸੰਪਰਕ ਕਰਿਆ ਹੈ, ਉਸ ਨੂੰ ਗੁਰਬਾਣੀ ਵਿੱਚ ਸੱਚਖੰਡ, ਦਸਵਾਂ ਘਰ, ਥਿਰ ਘਰ, ਅਬਚਲ ਨਗਰ ਵੱਖ-ਵੱਖ ਨਾਮ ਕਿਹਾ। ਜਿੱਥੋਂ ਦਾ ਮਨ ਰਹਿਣ ਵਾਲਾ ਹੈ, ਜਿਸ ਘਰ ਦੇ ਵਿੱਚੋਂ ਆ ਕੇ ਸਰੀਰ ਦੇ ਨਾਲ ਸੰਪਰਕ ਕਰਿਆ ਹੈ, ਉੱਥੇ ਦਿਨ ਰਾਤ ਅਨਹਦ ਸ਼ਬਦ ਕਿਸੇ ਦੇ ਵਜਾਇਆਂ ਤੋਂ ਬਿਨਾਂ ਵੱਜ ਰਹੇ ਆ। ਕਿਉਂਕਿ ਜਿੱਥੇ ਦੇ ਅਸੀਂ ਰਹਿਣ ਵਾਲੇ ਹਾਂ, ਮਹਾਰਾਜ ਕਹਿੰਦੇ ਉੱਥੇ ਦਿਹੂੰ ਇੱਥੇ ਸਭ ਰਾਤ, ਇੱਥੇ ਸਾਰਾ ਹਨੇਰਾ ਹੀ ਹਨੇਰਾ ਹੈ। ਕਹਿੰਦੇ ਜਿੱਥੋਂ ਦੇ ਆਪਾਂ ਰਹਿਣ ਵਾਲੇ ਹਾਂ ਉੱਥੇ ਦਿਨ ਹੀ ਦੇਣਾ, ਚਾਨਣ ਹੀ ਚਾਨਣ ਹੈ। ਪਰ ਸਰੀਰ ਰੂਪੀ ਭਵਜਲ ਦੇ ਵਿੱਚ ਆ ਕੇ ਆਪ ਦਾ ਦੇਸ਼ ਭੁੱਲ ਗਏ, ਉਹ ਦਸਵਾਂ ਘਰ ਭੁੱਲ ਗਏ, ਉਹ ਜਿਸ ਮਾਲਕ ਦੇ ਘਰ ਦੇ ਵਿੱਚੋਂ ਅਸੀਂ ਆਏ ਸੀ ਉਹ ਭੁੱਲ ਗਏ। ਤੇ ਸਾਨੂੰ ਸੰਤਾਂ ਮਹਾਂਪੁਰਸ਼ਾਂ ਦੇ ਰਾਹੀਂ ਕਹਿਣ ਲੱਗੇ, ਡੱਡਾ ਡੇਰਾ ਇਹ ਨਹੀਂ, ਜਿਹ ਡੇਰਾ ਤੂੰ ਜਾਣ, ਉਹਾਂ ਡੇਰਾ ਕਹਿ ਸੰਜਮੋ, ਗੁਰ ਕੇ ਸ਼ਬਦ ਪਛਾਣ। ਤੁਸੀਂ ਦੁਨਿਆਵੀ ਸਰੀਰ ਦੇ ਨਾਲ ਪਿਆਰ ਪਾ ਲਿਆ, ਦ੍ਰਿਸ਼ਟਮਾਨ ਸੰਸਾਰ ਦੇ ਨਾਲ ਪਿਆਰ ਪਾ ਲਿਆ, ਇਹ ਡੇਰਾ ਨਹੀਂ ਹੈਗਾ ਤੁਹਾਡਾ। ਜਿਹੜਾ ਤੁਹਾਡਾ ਡੇਰਾ ਹੈ, ਕਹਿੰਦੇ ਉਹਾਂ ਡੇਰਾ ਕਹਿ ਸੰਜਮੋ, ਗੁਰ ਕੇ ਸ਼ਬਦ ਪਛਾਣ। ਗੁਰੂ ਦਾ ਸ਼ਬਦ ਲੈ ਕੇ ਉਹਦੀ ਪਹਿਚਾਣ ਕਰੋ, ਇਸ ਤੋਂ ਪਹਿਲਾਂ ਕਿ ਸਾਡੇ ਸਵਾਸਾਂ ਦਾ ਧਨ ਖਤਮ ਹੋ ਜਾਏ। ਜੇ ਭਗਤੀ ਵੀ ਕਰਦੇ ਹਾਂ, ਮਾਲਾ ਵੀ ਫੇਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਨੇਮ ਸੁੱਚ ਸੰਜਮ ਵੀ ਕਰਦੇ ਹਾਂ, ਪਰ ਅਸੀਂ ਆਪ ਦੀ ਦੇਹੀ ਦੇ ਵਿੱਚ ਉਸ ਦਸਵੇਂ ਘਰ ਨੂੰ ਖੋਜਿਆ ਨਹੀਂ। ਉਹਨਾਂ ਅਨਹਦ ਸ਼ਬਦਾਂ ਦੀ ਧੁਨਕਾਰ ਦੇ ਵਿੱਚ ਬੈਠੇ ਨਹੀਂ, ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆਂ। ਜੇ ਉਹ ਕਲਾ ਸਾਡੇ ਅੰਦਰ ਪ੍ਰਗਟ ਨਹੀਂ ਹੋਈ ਪੰਜਾਂ ਸ਼ਬਦਾਂ ਦੀ, ਤੇ ਮਹਾਰਾਜ ਕਹਿੰਦੇ ਫਿਰ ਤਾਂ ਸਾਡਾ ਜੀਵਨ ਦਾ ਮਨੋਰਥ ਪੂਰਾ ਨਹੀਂ ਹੋਇਆ। ਕਿਉਂਕਿ ਮਹਾਰਾਜ ਕਹਿੰਦੇ ਨੇ, ਜੇ ਵੱਡੇ ਭਾਗ ਹੋਣ ਸੰਗਤ ਦੇ ਵਿੱਚ ਬੈਠ ਕੇ ਨਾਮ ਜਪੀਏ, ਤੇ ਫਿਰ ਉਹ ਅਨੰਦ ਨੇ ਸੁਣਨਾ ਹੈ। ਅਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ। ਆਨੰਦ ਕਦੋਂ ਸੁਣਦਾ? ਜਦੋਂ ਵੱਡੇ ਭਾਗ ਹੋਣ। ਤੇ ਵੱਡੇ ਭਾਗ ਕਦੋਂ ਹੁੰਦੇ ਆ? ਵੱਡੇ ਭਾਗ ਸਾਡੇ ਪਿੱਛੋਂ ਨਹੀਂ ਆਉਂਦੇ, ਸਾਡੇ ਤੇ ਕਿਰਪਾ ਹੁੰਦੀ ਹੈ। ਪੁਰਬਲੇ ਕਰਮਾਂ ਕਿਰਤਾਂ ਦੇ ਮੁਤਾਬਕ ਅਸੀਂ ਸੰਗਤ ਦੇ ਵਿੱਚ ਆ ਜਾਂਦੇ ਹਾਂ। ਫਿਰ ਜਦੋਂ ਸੰਗਤ ਵਿੱਚ ਬੈਠ ਕੇ ਨਾਮ ਜਪਦੇ ਹਾਂ, ਉੱਥੇ ਵੱਡੇ ਭਾਗ ਬਣਦੇ ਆ ਸਾਡੇ।
ਫਿਰ ਵੱਡੇ ਭਾਗਾਂ ਦੇ ਸਦਕਾ, ਨਾਮ ਜਪਣ ਦੇ ਸਦਕਾ, ਜਿਵੇਂ ਜਿਵੇਂ ਨਾਮ ਜਪਦਿਆਂ ਸਾਡੇ ਮਨ ਦੇ ਵਿਚਾਰ ਰੁਕਦੇ ਜਾਂਦੇ ਆ, ਅੰਦਰੋਂ ਆਉਣ ਵਾਲੇ ਫੁਰਨੇ ਫਿਕਰਾਂ ਖਤਮ ਹੁੰਦੇ ਜਾਂਦੇ ਆ, ਹੌਲੀ ਹੌਲੀ ਮਨ ਸਾਡਾ ਅੰਤਰਗਤ ਸਹਿਜ ਦੇ ਵਿੱਚ ਤੁਰਿਆ ਜਾਂਦਾ ਹੈ। ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸੁਨ ਸਮਾਦ ਅਨਹਤ ਤਹਿਨਾਦ ਕਹਿਣ ਨਾ ਜਾਈ ਅਚਰਜ ਵਿਸਮਾਦ, ਸੁਨ ਸਮਾਧੀ ਦੇ ਵਿੱਚ ਜਾਂਦਾ। ਪਰ ਉਹ ਜਾਏਗਾ ਕਿਵੇਂ? ਗਿਆਨ ਦੁਆਰਾ ਨਹੀਂ, ਸ਼ਬਦ ਦੀ ਕਮਾਈ ਕਰਨੀ ਪੈਂਦੀ ਨਾਲ ਨਾਲ। ਜਿਵੇਂ ਹੁਣ ਆਪ ਸਾਰੇ ਬਚਨ ਸੁਣਦੇ ਪਏ ਆ, ਆਪਾਂ ਨਾਲ ਨਾਲ ਗੁਰਮੰਤਰ ਦਾ ਵੀ ਅਭਿਆਸ ਕਰਦੇ ਚੱਲਾਂਗੇ, ਤਾਂ ਕਿ ਜਿਹੜਾ ਅਸੀਂ ਗਿਆਨ ਸੁਣਦੇ ਪਏ ਹਾਂ ਅਨਹਦ ਬਾਣੀ ਦਾ, ਜਿਹੜਾ ਸਾਨੂੰ 10ਵੇਂ ਘਰ ਦੀ ਗੱਲ ਸੁਣਾਈ ਜਾ ਰਹੀ ਹੈ, ਇਹ ਪ੍ਰਾਪਤ ਕਿਵੇਂ ਹੋਵੇ, ਉਹ ਨਾਲ ਨਾਲ ਪ੍ਰੈਕਟੀਕਲ ਵੀ ਆਪਾਂ ਕਰਦੇ ਜਾਣਾ। ਕਿਉਂਕਿ ਅੱਜ ਤੱਕ ਅਸੀਂ ਸਿਰਫ ਕਥਾ ਕਹਾਣੀ ਸੁਣ ਲਈ ਤੇ ਸੁਣਨ ਤੋਂ ਬਾਅਦ ਅਸੀਂ ਉੱਠ ਗਏ। ਅਸੀਂ ਗਿਆਨ ਪ੍ਰਾਪਤ ਕੀਤਾ, ਜਪਿਆ ਨਹੀਂ। ਗੁਰਬਾਣੀ ਗੁਰੂ ਨੂੰ ਵੀ ਅਸੀਂ ਪੜ੍ਹ ਲਿਆ ਤੇ ਪੜ੍ਹਨ ਤੋਂ ਬਾਅਦ ਅਸੀਂ ਆਪਦਾ ਸਮਾਂ ਪੂਰਾ ਕਰ ਲਿਆ, ਉਹਨੂੰ ਵਿਚਾਰਿਆ ਨਹੀਂ। ਤੇ ਜੇ ਗੁਰਬਾਣੀ ਗੁਰੂ ਨੂੰ ਵਿਚਾਰ ਕੇ ਆਪਾਂ ਵਿੱਚੋਂ ਨਾਲ ਸ਼ਬਦ ਦੀ ਕਮਾਈ ਕਰਦੇ, ਕਥਾ ਨੂੰ ਸਰਵਣ ਕਰਕੇ ਨਾਲ ਸ਼ਬਦ ਦਾ ਅਭਿਆਸ ਕਰਦੇ, ਜੁਗਤੀ ਤਰੀਕਾ ਪੁੱਛਦੇ, ਤੇ ਸਾਨੂੰ ਪ੍ਰਾਪਤੀ ਹੁੰਦੀ। ਉਸ ਸੱਚ ਪ੍ਰਕਾਸ਼ ਦੀ ਪ੍ਰਾਪਤੀ ਹੁੰਦੀ ਜੋ ਸਾਡੀ ਇਸ ਦੇਹੀ ਦੇ ਵਿੱਚ ਸਾਜ਼ਾਂ ਦੀ ਆਵਾਜ਼ ਧੁਨ ਚੱਲਦੀ ਪਈ ਆ। ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ, ਪੰਚ ਸ਼ਬਦ ਤੁਨ ਘਾਰ ਧੁਨ ਤਹਿ ਬਾਜੈ ਸ਼ਬਦ ਨਿਸ਼ਾਨ। ਉਹ ਅਵਸਥਾ ਨੂੰ ਪ੍ਰਾਪਤ ਹੁੰਦੇ ਆ। ਆਓ ਆਪਾਂ ਨੇਤਰ ਬੰਦ ਕਰਕੇ ਨਾਲ ਨਾਲ ਗੁਰੂ ਦੇ ਸ਼ਬਦ ਦਾ ਅਭਿਆਸ ਕਰੀਏ, ਮਨ ਨੂੰ ਸਹਿਜ ਦੇ ਵਿੱਚ ਲੈ ਕੇ ਜਾਈਏ, ਉਸ ਅਵਸਥਾ ਦੇ ਵਿੱਚ ਲੈ ਕੇ ਜਾਈਏ ਜਿੱਥੋਂ ਦੀ ਆਪਾਂ ਗੁਰਬਾਣੀ ਗੁਰੂ ਦੇ ਵਿੱਚੋਂ ਗੱਲ ਆਪ ਦੀ ਸੁਣ ਰਹੇ ਹਾਂ। ਨੇਤਰ ਬੰਦ ਕਰੋ, ਸਵਾਸ ਗ੍ਰਾਸ ਵਾਹਿਗੁਰੂ ਸਿਮਰਨ ਕਰਨਾ ਹੈ, ਮਨ ਨੂੰ ਪੂਰਾ ਇਕਾਗਰ ਬਿਰਤੀ ਦੇ ਵਿੱਚ ਲੈ ਕੇ ਜਾਣਾ ਹੈ। ਤੇ ਇਹ ਬੇਨਤੀ ਹੈ ਵੀ ਸਾਰਿਆਂ ਨੇ ਨੇਤਰ ਬੰਦ ਰੱਖਣੇ ਆ, ਬੋਲ ਬੋਲ ਕੇ ਸਿਮਰਨ ਕਰਨਾ ਹੈ ਤੇ ਆਪ ਦੀ ਆਵਾਜ਼ ਨੂੰ ਸੁਣਨਾ। ਜੇ ਆਪਾਂ ਨੇਤਰ ਖੋਲ੍ਹ ਲਵਾਂਗੇ, ਸਾਡਾ ਧਿਆਨ ਬਾਹਰ ਮੁਖੀ ਹੋ ਜਾਂਦਾ ਹੈ, ਸੰਸਾਰ ਨੂੰ ਦੇਖਣਾ ਸ਼ੁਰੂ ਕਰ ਦਿੰਦਾ। ਫਿਰ ਪ੍ਰਾਪਤੀ ਨਹੀਂ, ਕਿਉਂਕਿ ਮੈਂ ਜਿਹੜੀ ਵਿਚਾਰ ਪਹਿਲਾਂ ਤੁਹਾਡੇ ਅੱਗੇ ਰੱਖੀ ਹੈ ਵੀ ਧਿਆਨ ਨੇ ਹੀ ਪ੍ਰਾਪਤੀ ਕਰਨੀ ਹੈ, ਤੇ ਧਿਆਨ ਸ਼ਬਦ ਦਾ ਚੇਲਾ ਬਣਾਉਣਾ ਆਪਾਂ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਧਿਆਨ ਨੂੰ ਸ਼ਬਦ ਦਾ ਚੇਲਾ ਬਣਾਉਣਾ ਹੈ। ਉਹ ਤਾਂ ਬਣੂਗਾ ਜਦੋਂ ਆਪਾਂ ਨੇਤਰ ਬੰਦ ਕਰ ਲਵਾਂਗੇ, ਸਾਹਮਣੇ ਦਿਖਣਾ ਬੰਦ ਹੋ ਜਾਏਗਾ, ਮਨ ਬਾਹਰ ਭੱਜਣਾ ਬੰਦ ਹੋ ਜਾਏਗਾ, ਅੰਦਰ ਜਾਏਗਾ ਮੂੰਦ ਲਈਏ ਦਰਵਾਜੇ ਬਾਜੀ ਵਾਲੇ ਅਨਹਦ ਬਾਜੇ। ਫਿਰ ਅੰਦਰ ਅਨਹਦ ਬਾਜੇ ਬਾਜਦੇ। ਆਓ ਨੇਤਰ ਬੰਦ ਕਰਕੇ ਵਾਹਿਗੁਰੂ ਗੁਰਮੰਤਰ ਦਾ ਬੋਲ ਬੋਲ ਕੇ ਆਪਾਂ ਅਭਿਆਸ ਕਰੀਏ। ਨਾਲ ਨਾਲ ਕਥਾ ਵਿਚਾਰਾਂ ਕਰਦੇ ਜਾਵਾਂਗੇ, ਨਾਲ ਨਾਲ ਆਪਾਂ ਸ਼ਬਦ ਦਾ ਅਭਿਆਸ ਕਰਦੇ ਜਾਵਾਂਗੇ, ਤਾਂ ਕਿ ਸਾਡਾ ਪ੍ਰੈਕਟੀਕਲ ਵੀ ਨਾਲੋਂ ਨਾਲ ਹੋ ਜਾਏ, ਨਾਲੋਂ ਨਾਲ ਅਸੀਂ ਅਨਹਦ ਬਾਣੀ ਦੀ ਕਹਾਣੀ ਨੂੰ ਵੀ ਸਮਝ ਲਈਏ, ਮਨ ਦੇ 10ਵੇਂ ਘਰ ਦਾ ਭੇਤ ਵੀ ਲੈ ਲਈਏ। ਹਾਂਜੀ, ਕਰੋ ਸ਼ੁਰੂ ਜੀ, ਨੇਤਰ ਬੰਦ ਕਰਕੇ ਬੋਲ ਬੋਲ ਕੇ ਜੀ। ਵਾਹਿਗੁਰੂ 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 ਵਾਹਿਗੁਰੂ। ਸਾਰਿਆਂ ਨੇ ਬੋਲਣਾ, ਕਿਸੇ ਨੇ ਸੰਗ ਸ਼ਰਮ ਲੋਕ ਲੱਜਾ ਵਿੱਚ ਚੁੱਪ ਹੋ ਕੇ ਨਹੀਂ ਬੈਠਣਾ, ਬੋਲਣਾ ਸਾਰਿਆਂ ਨੇ। ਵਾਹਿਗੁਰੂ 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 ਵਾਹਿਗੁਰੂ। ਆਪ ਦੀ ਆਵਾਜ਼ ਦੇ ਵਿੱਚ ਧਿਆਨ, ਬੋਲ ਬੋਲ ਕੇ, ਨੇਤਰ ਬੰਦ, ਅੱਖਾਂ ਬੰਦ ਰੱਖਣੀਆਂ ਸਾਰਿਆਂ ਨੇ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆ ਗੁਰਮੁਖਾਂ ਨੂੰ ਦੱਸੋ, ਤਰੀਕਾ ਦੱਸੋ, ਜਿਹੜੇ ਗੁਰਮੁਖ ਕਰਦੇ ਪਏ ਤਰੀਕਾ ਦੱਸੋ ਇਹਨੂੰ। ਗੁਰੂ ਵਾਹਿਗੁਰੂ 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 ਸਹਿਜ 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 ਹੌਲੀ ਸਹਿਜ सहज बैठना, सहज बिल्कुल शांत होकर चुप मौन सहज अवस्था च। वाहिगुरु जी का खालसा वाहिगुरु। गुरमुख बीबियां विचों
ਕੁਛ ਗੁਰਮੁਖ ਸ਼ਾਇਦ ਉਹਨਾਂ ਨੂੰ ਜੁਗਤ ਹੀ ਨਹੀਂ ਪਤਾ। ਆਪਾਂ ਇਸ ਤਰ੍ਹਾਂ ਨਹੀਂ ਜਪਣਾ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ ਨਹੀਂ ਗੁਰਮੁਖੋ। ਕਿਉਂਕਿ ਜੇ ਆਪਾਂ ਪ੍ਰਾਪਤੀ ਕਰਨੀ ਆ ਤੇ ਗੁਰਮੰਤਰ ਨੂੰ ਸਿਰਫ ਆਪਾਂ ਜੁਗਤ ਤਰੀਕੇ ਦੇ ਨਾਲ ਜਪਣਾ ਸ਼ੁਰੂ ਕਰ ਦਿਆਂਗੇ ਤੇ ਉੱਥੋਂ ਕਿਰਪਾ ਹੋਣੀ ਹੈ। ਜੇ ਆਪਾਂ ਬਿਨਾਂ ਜੁਗਤ ਤੋਂ ਤਰੀਕੇ ਤੋਂ ਜਪਾਂਗੇ, ਸਾਡਾ ਮਨ ਫਿਰ ਜਿਹੜਾ ਵਿਚਾਰਾਂ ਤੋਂ ਰਹਿਤ ਨਹੀਂ ਹੁੰਦਾ। ਤੇ ਜੁਗਤ ਮਹਾਰਾਜ ਨੇ ਦੱਸੀ ਆ, ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ, ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੋ। ਸਵਾਸ ਅਤੇ ਗਰਾਸ, ਹੁਣ ਜਦੋਂ ਸਵਾਸ ਕਿਹਾ ਜਾਂਦਾ, ਜਦੋਂ ਸਾਡੇ ਅੰਦਰ ਸਾਹ ਜਾਂਦਾ, ਸਾਹ ਜਦੋਂ ਅੰਦਰ ਗਿਆ ਉਹਨੂੰ ਕਹਿੰਦੇ ਨੇ ਸਾਸ। ਉਸ ਤੋਂ ਬਾਅਦ ਸਵਾਸ ਥੋੜ੍ਹਾ ਜਿਹਾ ਰੋਕਦਾ, ਫਿਰ ਜਦੋਂ ਸਵਾਸ ਬਾਹਰ ਆਉਂਦਾ ਉਹਨੂੰ ਕਹਿੰਦੇ ਨੇ ਗਰਾਸ। ਸਾਹ ਨੂੰ ਆਪਾਂ ਦੋ ਹਿੱਸਿਆਂ 'ਚ ਲੈ ਰਹੇ ਹਾਂ, ਇੱਕ ਅੰਦਰ ਜਾ ਰਿਹਾ ਉਸ ਨੂੰ ਸਾਸ ਕਿਹਾ ਜਾਂਦਾ, ਇੱਕ ਬਾਹਰ ਆ ਰਿਹਾ ਉਹਨੂੰ ਗਰਾਸ ਕਿਹਾ ਜਾਂਦਾ। ਜਦੋਂ ਸਵਾਸ ਅੰਦਰ ਜਾਊਗਾ ਥੋੜ੍ਹਾ ਜਿਹਾ ਰੁਕ ਕੇ ਫਿਰ ਬਾਹਰ ਆਊਗਾ। ਇਸੇ ਤਰ੍ਹਾਂ ਜਦੋਂ ਆਪਾਂ ਵਾਹਿਗੁਰੂ ਗੁਰੂ ਮੰਤਰ ਦਾ ਉਚਾਰਨ ਕਰਨਾ, ਪਹਿਲੋਂ ਬੋਲਣਾ ਵਾਹ, ਵਿੱਚ ਹਲਕਾ ਜਿਹਾ ਰੁਕਾਵ ਦੇਣਾ, ਥੋੜ੍ਹਾ ਜਿਹਾ ਰੁਕਣਾ, ਇਹਨੂੰ ਇਕੱਠਾ ਨਹੀਂ ਜੋੜਨਾ ਵਾਹਿਗੁਰੂ, ਇਸ ਤਰ੍ਹਾਂ ਨਹੀਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜੁਗਤ ਆ। ਜੇ ਆਪਾਂ ਜੁਗਤ ਤੋਂ ਬਿਨਾਂ ਜਪਾਂਗੇ, ਕਿਉਂਕਿ ਆਪਾਂ ਪਹਿਲੋਂ ਇਸ ਤਰ੍ਹਾਂ ਸਹਿਜ ਸੁਭਾਏ ਜਪਦੇ ਰਹੇ ਹਾਂ, ਉਹੀ ਮੂੰਹ 'ਤੇ ਚੜ੍ਹਿਆ ਹੋਇਆ ਬੜੇ ਬੜੇ ਸਾਲਾਂ ਤੋਂ। ਤਾਂ ਹੀ ਮਹਾਰਾਜ ਕਹਿੰਦੇ ਰਾਮ ਰਾਮ ਕਰਤਾ ਜਗ ਫਿਰੇ, ਰਾਮ ਨਾ ਪਾਇਆ ਜਾਏ। ਬਿਨਾਂ ਤਰੀਕੇ ਤੋਂ ਸਾਰਾ ਸੰਸਾਰ ਕਰ ਰਿਹਾ। ਜਿਵੇਂ ਅੱਜ ਆਪਾਂ ਸੰਗਰਾਂਦ ਦਾ ਦਿਹਾੜਾ ਮਨਾ ਰਹੇ ਹਾਂ, ਸਾਉਣ ਦਾ ਮਹੀਨਾ ਚੜ੍ਹਿਆ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਹੈ ਕਿ ਜਿਹੜਾ ਪਰਮੇਸ਼ਰ ਦਾ ਮਿਲਾਪ ਹੈ, ਨਾਨਕ ਹਰ ਜੀ ਮਇਆ ਕਰ ਸ਼ਬਦ ਸਵਾਰਨ ਹਾਰ, ਸਾਵਣ ਤਿੰਨਾ ਸੁਹਾਗਣੀ ਜਿਨ੍ਹਾਂ ਰਾਮ ਨਾਮ ਉਰ ਹਾਰ। ਜਿਹੜਾ ਸ਼ਬਦ ਨਾਲ ਸਾਡਾ ਮਨ ਸਵਾਰਿਆ ਜਾਣਾ ਹੈ, ਆਪਾਂ ਪੜ੍ਹਦੇ ਹਾਂ ਜਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪ ਧਾਓ, ਭਾਂਡਾ ਭਾਓ ਅੰਮ੍ਰਿਤ ਤੇ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਸ਼ਬਦ ਨਾਲ ਮਨ ਨੂੰ ਘੜਨਾ, ਤੇ ਮਹਾਰਾਜ ਕਹਿੰਦੇ ਜਿਵੇਂ ਐਰਣ ਦੇ ਉੱਪਰ ਰੱਖ ਕੇ ਚੋਟ ਦਿੱਤੀ ਜਾਂਦੀ ਹੈ, ਇਸੇ ਤਰ੍ਹਾਂ ਸ਼ਬਦ ਦੀ ਆਵਾਜ਼ ਦੇ ਵਿੱਚ ਸੁਰਤੀ ਨੂੰ, ਧਿਆਨ ਨੂੰ ਟਿਕਾ ਕੇ ਇਹਦੇ ਉੱਪਰ ਚੋਟ ਦੇਣੀ ਹੈ। ਉਹ ਚੋਟ ਦੇਣੀ ਆਪਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ। ਤੇ ਜਦੋਂ ਆਪਾਂ ਲਗਾਤਾਰ ਬੋਲੀ ਜਾਂਦੇ ਹਾਂ, ਬਿਨਾਂ ਤਰੀਕੇ ਤੋਂ ਗੁਰਮੰਤਰ ਆਪਾਂ ਨਹੀਂ ਜਪਣਾ। ਹੁਣ ਜਦੋਂ ਦੁਬਾਰਾ ਜਾਪ ਕਰਾਇਆ ਜਾਏ, ਇਸੇ ਤਰੀਕੇ ਸੰਗਤ ਨਾਲ ਮਿਲ ਕੇ ਜਪਣਾ। ਹੁਣ ਜਿਵੇਂ ਆਪਾਂ ਸ਼ਬਦ ਦਾ ਅਭਿਆਸ ਕੀਤਾ ਸੰਗਤ ਨੇ ਵਿੱਚ, ਚਲੋ ਜਿਨ੍ਹਾਂ ਨੂੰ ਤਰੀਕਾ ਨਹੀਂ ਪਤਾ, ਇਹ ਤਰੀਕਾ ਦੱਸਣ ਦੇ ਲਈ ਤਾਂ ਆਪਾਂ ਜੇ ਵਿਚਾਰ ਦਾ ਸਮਾਂ ਰੱਖਿਆ ਵੀ ਸਾਰਿਆਂ ਨੂੰ ਪਤਾ ਲੱਗੇ ਵੀ ਸ਼ਬਦ ਦਾ ਅਭਿਆਸ। ਬਹੁਤੇ ਗੁਰਮੁਖ ਖੰਡੇ ਬਾਟੇ ਦੀ ਪੌਲ ਵੀ ਲੈਂਦੇ ਹੈ, ਪੰਜਾਂ ਪਿਆਰਿਆਂ ਤੋਂ ਗੁਰਮੰਤਰ ਵੀ ਆਪਾਂ ਨੂੰ ਦਿੱਤਾ ਜਾਂਦਾ ਵਾਹਿਗੁਰੂ ਦਾ, ਪਰ ਜਪਦਾ ਨਹੀਂ ਕੋਈ। ਤੇ ਜੇ ਕੋਈ ਜਪਦਾ ਤੇ ਤਰੀਕਾ ਨਹੀਂ। ਸੰਤਾਂ ਮਹਾਂਪੁਰਸ਼ਾਂ ਨੇ 1430 ਅੰਗਾਂ ਦੇ ਵਿੱਚ ਵੀ ਕਿਹਾ ਵੀ ਜਪੋ, ਪਰ ਤਰੀਕਾ ਨਾ ਹੋਣ ਕਰਕੇ ਮਿਲਾਪ। ਹੁਣ ਮਹਾਰਾਜ ਨੇ ਜਿਹੜਾ ਇਹ ਸੰਸਾਰ ਹੈ, ਇਸ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੈ, ਇੱਕ ਅਰਧ, ਦੂਸਰਾ ਉਰਧ। ਅਰਧ ਉਰਧ ਕੀ ਸੋਝੀ ਭਰੀ। ਅਰਧ ਕਹਿ ਦਿੱਤਾ ਜਾਂਦਾ ਹੈ ਜਿਹੜਾ ਸੰਸਾਰ ਸਾਨੂੰ ਸਾਹਮਣੇ ਦਿਖਦਾ ਹੈ, ਜਾਂ ਖੱਬੇ ਸੱਜੇ ਦਿਖਦਾ ਹੈ, ਜਾਂ ਨੀਚੇ ਦਿਖਦਾ। ਜਿੰਨਾ ਆਕਾਰ ਹੈ ਸੰਸਾਰ ਦੇ ਵਿੱਚ, ਚਾਹੇ 84 ਲੱਖ ਜੂਨ ਦਾ ਆਕਾਰ ਹੈ, ਮਾਨਸ ਜਾਮੇ ਦਾ ਆਕਾਰ ਹੈ, ਪਹਾੜ ਪਰਬਤ ਵਣ ਤ੍ਰਿਣ ਜਿੰਨਾ, ਚਾਹੇ ਸਾਹਮਣੇ ਹੈ ਚਾਹੇ ਨੀਚੇ, ਖੱਬੇ ਸੱਜੇ। ਉਰਧ ਅਵਸਥਾ ਕਿਹਾ ਜਾਂਦਾ ਹੈ ਜਦੋਂ ਅਸੀਂ ਮੁੱਖ ਨੂੰ ਉੱਪਰ ਚੁੱਕਦੇ ਹਾਂ, ਬਾਹਰ ਜਿਵੇਂ ਆਪਾਂ ਖੜ ਕੇ ਉੱਪਰ ਚੁੱਕੀਏ, ਉੱਪਰ ਸਾਰਾ ਆਕਾਸ਼ ਹੈ, ਖਾਲੀ ਹੋ ਜਾਂਦਾ।
ਇਸੇ ਤਰ੍ਹਾਂ ਪਰਮੇਸ਼ਰ ਨੇ ਆਪ ਦੇ ਰੂਪ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੈ। ਇੱਕ ਨੂੰ ਕਿਹਾ ਸਰਗੁਣ, ਇੱਕ ਨੂੰ ਕਿਹਾ ਨਿਰਗੁਣ। ਕਿਉਂਕਿ ਇਹ ਮਿਲਾਪ ਦੀ ਕਥਾ ਹੈ, ਬੜੇ ਸਹਿਜ ਦੇ ਨਾਲ ਸੁਣੋਗੇ ਤੇ ਸਾਰੀ ਸਮਝ ਆਏਗੀ। ਤੇ ਜਦੋਂ ਆਪਾਂ ਸਹਿਜ ਨਾਲ ਨਹੀਂ ਸੁਣਦੇ ਫਿਰ ਆਪਾਂ ਕਹਿੰਦੇ ਆ ਵੀ ਇਹ ਸਾਰੀ ਗੁਰਬਾਣੀ ਵਿੱਚੋਂ ਰਹੀ ਹੈ, ਪਰ ਨਵੇਂ ਜੀਵ ਜਿਹੜੇ ਆ ਉਹ ਕਹਿੰਦੇ ਵੀ ਪਤਾ ਨਹੀਂ ਕੀ ਵਿਚਾਰ ਹੋ ਰਹੀ। ਮਹਾਰਾਜ ਜੀ ਕਹਿੰਦੇ ਜਿਹੜਾ ਸਰਗੁਣ ਹੈ ਉਹ ਸਾਰਾ ਆਕਾਰ ਹੈ ਜਿਸ ਨੂੰ ਤੁਸੀਂ ਦੇਖ ਰਹੇ ਹੋ। ਜਿਹੜਾ ਨਿਰਗੁਣ ਹੈ ਉਹ ਪ੍ਰਕਾਸ਼ ਹੈ। ਗੁਰਬਾਣੀ ਵਿੱਚ ਨਿਰੰਕਾਰ ਕਹਿੰਦੇ ਆ, ਅਕਾਲ ਪੁਰਖ ਜੀ ਕਹਿੰਦੇ ਆ, ਤੁਸੀਂ ਮੇਰੇ ਆਕਾਰ ਰੂਪ ਨੂੰ ਤਾਂ ਦੇਖ ਰਹੇ ਹੋ, ਇਹ ਵੇ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ। ਪਰ ਜਿਹੜਾ ਉਰਧ ਅਵਸਥਾ ਦੇ ਵਿੱਚ, ਜਿਹੜਾ ਪ੍ਰਕਾਸ਼ ਰੂਪ ਨਿਰਗੁਣ ਅਵਸਥਾ ਦੇ ਵਿੱਚ ਮੇਰਾ ਰੂਪ ਹੈ, ਉਸ ਨੂੰ ਸਿਰਫ ਮੇਰੇ ਭਗਤ ਦੇਖਦੇ ਆ। ਉਹੀ ਮਾਨਸ ਜਾਮੇ ਦੇ ਵਿੱਚ ਆ ਕੇ ਪ੍ਰਵਾਨ ਹੁੰਦੇ ਆ। ਜੇ ਤੁਸੀਂ ਮੇਰੇ ਨਿਰਗੁਣ ਪ੍ਰਕਾਸ਼ ਰੂਪੀ ਆਕਾਰ ਨੂੰ ਨਹੀਂ ਦੇਖੋਗੇ ਤਾਂ ਤੁਹਾਡਾ ਇਸ ਸੰਸਾਰ ਦੇ ਵਿੱਚ ਆਇਆ ਸਫਲ ਨਹੀਂ ਹੋਣਾ। ਬੇਸ਼ੱਕ ਤੁਸੀਂ 4 ਯੁਗਾਂ ਤੋਂ 40 ਯੁਗ ਉਮਰ ਬਿਤਾ ਲਈ ਹੈ, ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ। ਇੱਕ ਨਹੀਂ, ਦੋ ਨਹੀਂ, 9 ਖੰਡਾਂ ਤੱਕ ਬੇਸ਼ੱਕ ਤੁਹਾਡਾ ਨਾਮ ਚੱਲਣਾ ਸ਼ੁਰੂ ਹੋ ਗਿਆ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇਗੀ। ਜੇ ਤੁਸੀਂ ਮੇਰੀ ਨਜ਼ਰ ਦੇ ਵਿੱਚ ਨਹੀਂ ਆਏ, ਜੇ ਤੁਸੀਂ ਆਪਦੀਆਂ ਨਜ਼ਰਾਂ ਦੇ ਨਾਲ ਮੇਰਾ ਸੰਸਾਰ ਦੇ ਵਿੱਚ ਰਮਿਆ ਹੋਇਆ, ਕਿਉਂਕਿ ਮਹਾਰਾਜ ਕਹਿੰਦੇ ਸਾਹਿਬ ਮੇਰਾ ਸਦਾ ਸਦਾ ਦੀਸੈ ਸ਼ਬਦ ਕਮਾਏ। ਕਿਵੇਂ ਦਾ ਵਿਖਦਾ ਹੈ? ਕਹਿੰਦੇ ਜਿਹੜਾ ਉਹਦਾ ਰੂਪ ਹੈ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨ ਹੰਜੇ, ਰੂਪ ਰੰਗ ਅਰ ਰੇਖ ਭੇ ਕੋ ਕਹਿ ਨ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼। ਉਹਦਾ ਜਿਹੜਾ ਰੂਪ ਹੈ ਉਹ ਚੱਕਰ ਚਿੰਨ੍ਹ ਤੋਂ ਨਿਆਰਾ ਹੈ, ਕਿਸੇ ਆਕਾਰ ਜਾਂ ਰੰਗ ਦੇ ਵਿੱਚ ਨਹੀਂ ਦਿਖਦਾ। ਜਿਸ ਤਰ੍ਹਾਂ ਲੱਖਾਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ, ਕੋਟ ਸੂਰ ਜਾ ਕੇ ਪ੍ਰਕਾਸ਼, ਉਸ ਤਰ੍ਹਾਂ ਦਾ ਉਸ ਦਾ ਰੂਪ ਹੈ। ਸਾਰਿਆਂ ਦੇ ਸਰੀਰ ਦੇ ਵਿੱਚ ਮਸਤਕ ਤੇ ਬੈਠਾ ਹੈ, ਮਸਤਕ ਤੋਂ ਉੱਪਰ ਉਸ ਦਾ ਪ੍ਰਕਾਸ਼ ਹੈ। ਜੇ ਤੁਸੀਂ ਧਿਆਨ ਦੁਆਰਾ ਉਸ ਅਵਸਥਾ ਦੇ ਵਿੱਚ ਚਲੇ ਜਾਓਗੇ ਤਾਂ ਉਸ ਪ੍ਰਕਾਸ਼ ਦੀ, ਉਸ ਸਰੂਪ ਦੀ ਤੁਸੀਂ ਪਹਿਚਾਣ ਕਰ ਸਕਦੇ ਆ। ਜੇ ਤੁਹਾਡਾ ਧਿਆਨ ਆਪ ਦੇ ਅੰਦਰ ਉਸ 10ਵੇਂ ਘਰ ਤੱਕ ਪ੍ਰਪੱਖ ਨਹੀਂ ਤਾਂ ਤੁਸੀਂ ਉਸ ਦੀ ਪਹਿਚਾਣ ਨਹੀਂ ਕਰ ਸਕਦੇ। ਹੁਣ ਆਪਾਂ ਮਾਲਕ ਦਾ ਆਕਾਰ ਦੇਖਦੇ ਆ, ਸਾਰੀ ਦੁਨੀਆ ਦੇ ਵਿੱਚ ਸਗੇ ਸੰਬੰਧੀਆਂ ਨੂੰ ਦੇਖਦੇ ਆ, ਰੁੱਖਾਂ ਬਿਰਖਾਂ ਨੂੰ, ਜਾਨਵਰਾਂ ਪੰਛੀਆਂ ਨੂੰ ਦੇਖਦੇ ਆ, ਪਰ ਅਸੀਂ ਮਾਲਕ ਦਾ ਜਿਹੜਾ ਪ੍ਰਕਾਸ਼ ਰੂਪੀ ਸਰੂਪ ਹੈ ਉਸ ਦੇ ਆਪਾਂ ਦਰਸ਼ਨ ਨਹੀਂ ਕੀਤੇ। ਮਹਾਰਾਜ ਕਹਿੰਦੇ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਮਹਾਰਾਜ ਜੀ ਕਹਿੰਦੇ ਇੱਕ ਜੋਤ ਰਮੀ ਹੋਈ ਹੈ ਆ ਖਾਲੀ ਖਲਾ ਦੇ ਵਿੱਚ, ਜਲ ਥਲ ਮਹੀਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਨ। ਐਸ ਧਰਤੀ ਤੋਂ ਅਸਮਾਨ ਦੇ ਵਿੱਚ, ਜਿਮੀ ਜਮਾਨ ਦੇ ਵਿੱਚ ਉਸ ਪ੍ਰਕਾਸ਼ ਦੀ ਜੋਤ ਹੈ। ਜਿਵੇਂ ਚੰਦ ਸੂਰਜ ਦਾ ਪ੍ਰਕਾਸ਼ ਕਦੇ ਵੱਧ ਜਾਂਦਾ ਹੈ, ਕਦੇ ਘਟ ਜਾਂਦਾ ਹੈ, ਪਰ ਜਿਹੜਾ ਉਹ ਪ੍ਰਕਾਸ਼ ਹੈ ਨਾ ਵੱਧਦਾ ਹੈ ਨਾ ਘਟਦਾ ਹੈ, ਨਾ ਘਾਟ ਬਾੜ ਹੋਤ ਹੈ। ਉਸ ਦੇ ਤੁਸੀਂ ਦਰਸ਼ਨ ਕਰਨੇ। ਪਰ ਦਰਸ਼ਨ ਕਿਵੇਂ ਹੋਣਗੇ? ਮਹਾਰਾਜ ਕਹਿੰਦੇ ਜਦੋਂ ਆ ਸਰੀਰ ਦੇ ਨੇਤਰਾਂ ਤੋਂ ਉੱਪਰ ਉੱਠੋਗੇ। 2 ਆਕਾਰਾਂ ਦਾ ਸੁਮੇਲ ਹੈ। ਜਿਵੇਂ ਇਹ ਤੁਹਾਡੇ ਸਰੀਰ ਦਾ ਆਕਾਰ ਹੈ, ਇਹਦੇ 2 ਅੱਖਾਂ ਆ, 2 ਕੰਨ ਆ, ਨੱਕ ਆ, ਇਸੇ ਤਰ੍ਹਾਂ ਜੋ ਇਸ ਸਰੀਰ ਨੂੰ ਪ੍ਰਕਾਸ਼ ਰੂਪੀ ਮਨ ਚਲਾ ਰਿਹਾ ਹੈ, ਬਿਲਕੁਲ ਇਸੇ ਵਰਗਾ ਹੀ ਉਹਦਾ ਆਕਾਰ ਹੈ। ਬਿਲਕੁਲ ਜਿਸ ਤਰ੍ਹਾਂ ਹੂਬਹੂ ਸਰੀਰ ਦਾ ਆਕਾਰ ਹੈ, ਉਵੇਂ ਦਾ ਹੀ ਸਾਡੇ ਅੰਦਰ ਇੱਕ ਪ੍ਰਕਾਸ਼ ਦਾ ਆਕਾਰ ਹੈ, ਉਹਨੂੰ ਮਨ ਕਿਹਾ। ਪ੍ਰਕਾਸ਼ ਰੂਪੀ ਮਨ ਨੇ ਪਰਮੇਸ਼ਰ ਦੀ ਜੋਤ ਦੇ ਦਰਸ਼ਨ ਕਰਨੇ ਆ। ਤੇ ਗੁਰੂ ਨਾਨਕ ਦੇਵ ਨੂੰ, ਮਹਾਰਾਜ ਨੂੰ ਗੁਰਸਿੱਖਾਂ ਨੇ ਪੁੱਛਿਆ ਵੀ ਜਿਹੜੇ ਦਰਸ਼ਨ ਕਰਨੇ ਨੇ ਉਹ ਕਿੰਨੀ ਕੁ ਨੇੜੇ ਨੇ? ਮਹਾਰਾਜ ਕਹਿੰਦੇ ਜਿਹੜੇ ਦਰਸ਼ਨ ਕਰਨੇ ਆ ਕਿਤੇ ਬਹੁਤ ਹੀ ਦੂਰ ਜਾ ਕੇ ਨਹੀਂ। ਜੇ ਆਪਾਂ ਨੇਤਰ ਖੋਲੀਏ ਤੇ ਸਭ ਤੋਂ ਪਹਿਲਾਂ ਉਹਨਾਂ ਦੇ ਦਰਸ਼ਨ ਹੁੰਦੇ ਆ, ਨੇਤਰ ਬੰਦ ਕਰੀਏ ਤੇ ਸਭ ਤੋਂ ਪਹਿਲਾਂ ਉਹਨਾਂ ਦੇ ਦਰਸ਼ਨ ਹੁੰਦੇ, ਇੰਨੀ ਨੇੜੇ ਆ।
ਪਰ ਅਸੀਂ ਦੁਨਿਆਵੀ ਅੱਖਾਂ ਦਾ ਇਸਤੇਮਾਲ ਕਰਦੇ ਹਾਂ, ਦੁਨਿਆਵੀ ਕੰਨਾਂ ਦਾ ਇਸਤੇਮਾਲ ਕਰਦੇ ਹਾਂ। ਗੁਰਬਾਣੀ ਗੁਰੂ ਵਿੱਚ ਸਾਡੇ ਖੱਬੀ ਅੱਖ ਨੂੰ ਚੰਦ ਕਹਿ ਦਿੱਤਾ ਹੈ, ਸੱਜੀ ਅੱਖ ਨੂੰ ਸੂਰਜ ਕਹਿ ਦਿੱਤਾ ਹੈ। ਕਹਿੰਦੇ ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ। ਇਹ ਦੋ ਜੋਤ ਸਰੂਪ ਚੰਦ ਸੂਰਜਾਂ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ। ਕਹਿੰਦੇ ਨੇ ਮਸਤਕ ਪਦਮ ਦੁਆਲੇ ਮਣੀ ਮਾਹੇ ਨਿਰੰਜਨ ਤ੍ਰੈ ਪਵਨ ਧਣੀ। ਕਹਿੰਦੇ ਮਸਤਕ ਦੇ ਵਿੱਚ ਮਣੀ ਰੂਪੀ ਪ੍ਰਕਾਸ਼ ਹੈ, ਉਹਦੇ ਵਿੱਚ ਤਿੰਨਾਂ ਭਵਨਾਂ ਦਾ ਧਣੀ ਹੈ। ਨਿਸ਼ਾਨੀ ਦੱਸਦੇ ਪੰਜ ਸ਼ਬਦ ਨਿਰਮਾਇਲ ਵਾਜੇ, ਢੁਲਕੀ ਚਵਰ ਸੰਖ ਕਣ ਗਾਜੇ। ਜਦੋਂ ਧਿਆਨ ਦੇ ਵਿੱਚ ਜਾਈਏ ਉੱਥੇ ਢੋਲਕੀ, ਸੰਖ, ਕਣ ਇਹਨਾਂ ਦੀਆਂ ਗਰਜਾਂ ਪੈਂਦੀਆਂ, ਵਾਜੇ ਵੱਜਦੇ ਆ। ਜਦੋਂ ਅਸੀਂ ਆਪ ਦੇ ਅੰਦਰ ਸੁਰਤ ਰੂਪ ਹੋ ਕੇ ਇਕਾਗਰ ਹੁੰਦੇ ਹਾਂ, ਜਿੱਥੇ ਮਹਾਰਾਜ ਕਹਿੰਦੇ ਨੇ ਸੁਨ ਸਮਾਧ ਅਨਹਤ ਤਹਿ ਨਾਦ। ਜਦੋਂ ਅਸੀਂ ਸੁਨ ਦੇ ਵਿੱਚ ਸਮਾਧੀ ਧਰਦੇ ਹਾਂ, ਉਥੋਂ ਅਨਹਤ ਨਾਦ ਜਿਹੜੀ ਮਹਾਰਾਜ ਕਹਿੰਦੇ ਨੇ ਢੁਲਕੀ, ਚਵਰ, ਸੰਖ, ਕਣ ਗਾਜੇ, ਉੱਥੇ ਗਰਜ ਪੈਂਦੀ ਹੈ ਸੰਖ ਕਣ ਦੀ। ਤੇ ਮਹਾਰਾਜ ਕਹਿੰਦੇ ਜਦੋਂ ਇਸ ਤਰ੍ਹਾਂ ਆਪ ਦੇ ਸਰੀਰ ਦੀ ਖੋਜ ਕਰ ਲਈ ਵੀ ਅਸੀਂ ਅੱਜ ਤੱਕ ਬਾਹਰੀ ਤੌਰ ਤੇ ਹੀ ਨੇਮ ਸੁੱਚ ਸੰਜਮ ਕਰਦੇ ਰਹੇ, ਬਾਹਰੀ ਤੌਰ ਤੇ ਅਸੀਂ ਕੀਰਤਨ ਨਾਲ ਜੁੜੇ ਰਹੇ, ਬਾਹਰੀ ਤੌਰ ਤੇ ਗਿਆਨ ਨਾਲ ਜੁੜੇ ਰਹੇ, ਜੁੜਨਾ ਵੀ ਚਾਹੀਦਾ ਹੈ, ਪਰ ਇਹਨਾਂ ਸਭ ਨਾਲ ਜੁੜ ਕੇ ਬਾਣੀ ਪੜ੍ਹ ਕੇ, ਕੀਰਤਨ ਸੁਣ ਕੇ, ਕਥਾ ਵਿਚਾਰਾ ਸੁਣ ਕੇ ਅੰਦਰ ਦੀ ਖੋਜ ਨਹੀਂ ਕੀਤੀ। ਤੇ ਕਹਿੰਦੇ ਅਸੀਂ ਅਧੂਰੇ ਰਹਿ ਗਏ, ਸਿਰਫ ਬਾਹਰ ਤੱਕ ਸੀਮਿਤ ਰਹੇ ਹਾਂ। ਤੇ ਜਿਹੜਾ ਮਹਾਰਾਜ ਕਹਿੰਦੇ ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ ਹਰ ਮੰਦਰ ਮੈਂ, ਹਰ ਵਸੈ ਸਰਵ ਨਿਰੰਤਰ ਸੋਏ। ਜੋ ਇਸ ਸਰੀਰ ਦੇ ਵਿੱਚ ਹਰੀ ਨੇ ਆਪ ਦਾ ਮੰਦਰ ਬਣਾਇਆ, ਮਸਤਕ ਦੇ ਵਿੱਚ ਬਣਾਇਆ, ਪ੍ਰਕਾਸ਼ ਰੂਪ ਹੋ ਕੇ ਅੰਦਰ ਬੈਠੇ ਹੈ, ਉਹ ਅਸੀਂ ਦੇਖਿਆ ਹੀ ਨਹੀਂ। ਤੇ ਜਿਨ੍ਹਾਂ ਨੇ ਉਹ ਦੇਖ ਲਿਆ, ਅੰਦਰੋਂ ਅਨਹਦ ਧੁਨਾਂ ਦੇ ਨਾਲ ਉਹਨਾਂ ਦੇ ਮਨ ਨੇ ਰੱਜ ਰੱਜ ਕੇ ਉਸ ਅੰਮ੍ਰਿਤ ਰਸ ਨੂੰ ਪੀਤਾ, ਜਿਹਨੂੰ ਮਹਾਰਾਜ ਕਹਿੰਦੇ ਨੇ ਅੰਤਰ ਖੂੰਟਾ ਅੰਮ੍ਰਿਤ ਭਰਿਆ ਸਬਦੇ ਕਾੜ ਪੀਏ ਪਨਿਹਾਰੀ। ਸ਼ਬਦ ਨਾਲ ਜਦੋਂ ਅੰਮ੍ਰਿਤ ਕੱਢ ਕੱਢ ਕੇ ਝੋਲ ਝੋਲ ਕੇ ਪੀਤਾ, ਫਿਰ ਉਹਨਾਂ ਨੇ ਅੰਦਰਲੀ ਅਵਸਥਾ ਦੇ ਵਿੱਚ ਜਾ ਕੇ ਬੜੇ ਵਿਰਾਗ ਦੇ ਵਿੱਚ ਜਾ ਕੇ ਕਿਹਾ ਵੀ ਜਿਸ ਤਰ੍ਹਾਂ ਬਾਹਰੀ ਤੌਰ ਤੇ ਸਾਉਣ ਦਾ ਮਹੀਨਾ ਚੜ੍ਹਦਾ ਹੈ, ਸਾਰੇ ਪਾਸੇ ਮੇਘ ਜਿਹੜੇ ਹੈ ਉਹ ਬਰਸਦੇ ਹੈ, ਮੇਘਾਂ ਦੇ ਬਰਸਣ ਦੇ ਨਾਲ ਵਾਤਾਵਰਨ ਦੇ ਵਿੱਚ ਜਿਹੜੀ ਮੌਜੂਦ ਗਰਮੀ, ਇੱਥੇ ਮੌਜੂਦ ਪ੍ਰਦੂਸ਼ਣ, ਗੰਦਗੀ ਸਾਫ਼ ਹੋ ਜਾਂਦੀ ਹੈ। ਵਣ ਤ੍ਰੈਣ ਸਭ ਪਸ਼ੂ ਪੰਛੀ ਜਦੋਂ ਗਰਮੀ ਤੋਂ ਪਾਸਾ ਹਟਦਾ ਹੈ, ਠੰਡਕ ਦੇ ਨਾਲ ਆਨੰਦ ਮਹਿਸੂਸ ਕਰਦੇ ਹੈ। ਉਸੇ ਤਰ੍ਹਾਂ ਜਿਹੜੀ ਸਾਡੇ ਅੰਦਰ ਇਹ ਵਿਚਾਰਾਂ ਦੀ, ਤ੍ਰਿਸ਼ਨਾਵਾਂ ਦੀ, ਫੁਰਨਿਆਂ ਸੰਸਿਆਂ ਦੀ ਗਰਮੀ ਹੈ, ਇਹ ਜੋ ਗੰਦਗੀ ਸਾਡੇ ਅੰਦਰ ਫੈਲੀ ਹੋਈ ਹੈ, ਜਦੋਂ ਗੁਰ ਮੰਤਰ ਦਾ ਅਭਿਆਸ ਕਰੀਏ, ਅੰਦਰੋਂ ਅਨਹਦ ਬਾਣੀ ਦੇ ਮੇਘਾਂ ਦੇ ਵਿੱਚੋਂ ਜੋ ਅੰਮ੍ਰਿਤ ਵਰਸਦਾ ਹੈ, ਜਦੋਂ ਅੰਤਰਗਤ 10ਵੇਂ ਘਰ ਦੇ ਵਿੱਚ ਬੈਠ ਕੇ ਮਨ ਉਹ ਸੌਣ ਦਾ ਅੰਮ੍ਰਿਤ ਪੀਂਦਾ ਹੈ, ਉਸ ਅਵਸਥਾ ਦੇ ਵਿੱਚ ਫਿਰ ਜਾ ਕੇ ਕਹਿੰਦੇ ਨੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਜਦੋਂ ਮਾਲਕ ਦੇ ਨਾਦ ਸ਼ਬਦ ਦੇ ਵਿੱਚ ਸੁਰਤੀ ਜੋੜ ਕੇ ਅਭਿਆਸੀ ਜੀਵ ਬੈਠਦਾ ਹੈ, ਉਸ ਦੇ ਵਿੱਚੋਂ ਜਿਹੜਾ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਸਦਾ ਵਰਸਦਾ ਬੂਝੈ ਬੂਝਣਹਾਰ, ਉਹ ਜਿਹੜਾ ਅੰਮ੍ਰਿਤ ਵਰਸਦਾ ਹੈ ਉਸ ਨੂੰ ਫਿਰ ਸੌਣ ਦੀ ਸਰਸੀ ਕਿਹਾ। ਕਿਉਂਕਿ ਜੇ ਅਸੀਂ ਬਿਨਾਂ ਪ੍ਰੈਕਟੀਕਲ ਤੋਂ ਪੜ੍ਹਾਂਗੇ ਤਾਂ ਅਸੀਂ ਕਹਾਂਗੇ ਵੀ ਜਿਹੜਾ ਬਾਹਰ ਸਾਉਣ ਦਾ ਮਹੀਨਾ ਆ ਜਾਂਦਾ ਹੈ, ਸਾਉਣ ਦੇ ਮਹੀਨੇ ਦੇ ਵਿੱਚ ਮੀਂਹ ਪੈਂਦੇ ਆ, ਬਾਰਿਸ਼ਾਂ ਹੁੰਦੀਆਂ ਨੇ, ਮੌਸਮ ਸਾਫ਼ ਹੋ ਜਾਂਦਾ ਹੈ, ਸਾਰੀ ਕੁਦਰਤ ਤ੍ਰੈ ਭਵਨ ਧਰਤੀ ਵਣ ਤ੍ਰਿਣ ਜਿਹੜਾ ਹੈ ਉਹ ਆਨੰਦ ਵਿੱਚ ਹੋ ਜਾਂਦਾ ਹੈ। ਪਰ ਨਹੀਂ, ਭਗਤਾਂ ਨੇ 10ਵੇਂ ਘਰ ਦੇ ਵਿੱਚ ਬੈਠ ਕੇ ਜਦੋਂ ਨਾਮ ਦੇ ਵਿੱਚ ਸ਼ਬਦ ਦੀ ਕਮਾਈ ਕਰਕੇ ਅੰਤਰਗਤ ਬੈਠ ਕੇ ਉਹ ਸਾਉਣ ਦਾ ਜਿਹੜਾ ਮਾਲਕ ਦੇ ਅੰਮ੍ਰਿਤ ਦਾ ਸਾਉਣ ਅੰਦਰ ਚੱਲਦਾ ਹੈ, ਜਿਹੜੀ ਰੋਮਾਂ ਦੇ ਉੱਪਰ ਉਹ ਅੰਮ੍ਰਿਤ ਦੀ ਬੂੰਦਾਂ ਦੀ ਵਰਖਾ ਹੁੰਦੀ ਹੈ, ਉਹਦਾ ਆਨੰਦ ਮਾਣਿਆ। ਉੱਥੇ ਫਿਰ ਬਚਨ ਕਰਦੇ ਆ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਉਹ ਨਾਮ ਦੀ ਰੰਗਤ ਅਤੇ ਪ੍ਰਕਾਸ਼ ਦੇ ਸਨਮੁਖ ਬੈਠ ਕੇ ਜਿਹੜੀ ਫਿਰ ਰੰਗਤ ਚੜ੍ਹਦੀ ਹੈ, ਉਹ ਸਾਉਣ ਕਿਸੇ ਦੇ ਹਿੱਸੇ ਆਉਂਦਾ ਹੈ। ਦ੍ਰਿਸ਼ਟਮਾਨ ਦਾ ਸਾਉਣ ਤਾਂ ਸਾਰੇ ਸੰਸਾਰ ਦੇ ਹਿੱਸੇ ਆ ਜਾਂਦਾ ਹੈ।
ਸਾਰੀ ਕੁਦਰਤ ਦੇ ਹਿੱਸੇ ਆ ਜਾਂਦਾ ਹੈ। ਪਰ ਜਿਹੜਾ ਉਹ ਬਚਨ ਕਰਦੇ ਆ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ, ਉਹ ਕਿਸੇ ਦੇ ਹਿੱਸੇ ਆਉਂਦੀ ਹੈ। ਜਿਹਨੇ ਅੰਮ੍ਰਿਤ ਦੀਆਂ ਬੂੰਦਾਂ ਦਾ ਸੌਣ ਅੰਦਰੋਂ ਮਾਣ ਲਿਆ, ਉਹਦੀ ਫਿਰ 4 ਯੁਗਾਂ ਦੀ ਲੱਗੀ ਹੋਈ ਮੈਲ ਜਿਹੜੀ ਮਨ ਤੇ ਆ ਉਹ ਸਾਫ਼ ਹੁੰਦੀ ਹੈ। ਇਹ 12 ਮਾਹ ਕੋਈ ਬਾਹਰੀ ਤੌਰ ਤੇ ਬਾਹਰੀ ਰੀਤੂਆਂ ਦਾ ਨਹੀਂ ਲਿਖਿਆ। ਇਹ ਜਿਹੜੀ ਬਾਹਰੀ ਰੀਤੂਆਂ ਆਉਂਦੀਆਂ, ਬਾਹਰੀ ਜਿਹੜੇ ਕੁਦਰਤ ਦੇ ਮੌਸਮ ਬਦਲਦੇ ਐ, ਇਸੇ ਤਰ੍ਹਾਂ ਜਦੋਂ ਗੁਰਮੁਖ ਰੂਹਾਂ ਭਿੱਜੀਆਂ ਹੋਈਆਂ ਅੰਤਰਗਤ 10ਵੇਂ ਘਰ ਦੇ ਵਿੱਚ ਬੈਠਦੀਆਂ, ਵੱਖ-ਵੱਖ ਮੌਸਮ ਦੇ ਵਿੱਚ ਵੱਖ-ਵੱਖ ਆਨੰਦ ਮਾਣ ਕੇ, ਜਿਵੇਂ ਉਹਨਾਂ ਨੇ ਵੱਖਰੇ ਵੱਖਰੇ ਭਾਵ ਦੇ ਵਿੱਚ ਨਾਮ ਜਪਿਆ, ਜਦੋਂ ਫਿਰ ਅੰਦਰੋਂ ਕਿਰਪਾ ਹੋਈ ਤੇ ਕਹਿੰਦੇ ਨੇ ਹਰ ਅੰਮ੍ਰਿਤ ਬੂੰਦ ਸੁਹਾਵਣੀ, ਅੰਮ੍ਰਿਤ ਦੀਆਂ ਬੂੰਦਾਂ ਬੜੀਆਂ ਸੋਹਣੀਆਂ, ਪਰ ਕਹਿੰਦੇ ਪੀਏ ਕਿਵੇਂ? ਕਹਿੰਦੇ ਮਿਲ ਸਾਧੂ ਪੀਵਨ ਹਾਰ। ਜੋ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਂਦੇ ਹੋ, ਸੰਗਰਾਂਦ ਤੋਂ ਭਾਵ ਹੈ ਸੂਰਜ 12 ਰਾਸ਼ੀਆਂ ਨੇ, ਇੱਕ ਰਾਸ਼ੀ ਤੋਂ ਜਦੋਂ ਦੂਸਰੀ ਰਾਸ਼ੀ ਦੇ ਵਿੱਚ ਜਾਂਦਾ ਹੈ, ਭਾਵ 30 ਦਿਨਾਂ ਦੀ ਜਾਂ 28 ਦਿਨਾਂ ਦੀ ਜਾਂ 31 ਦਿਨਾਂ ਦੀ ਗਿਣਤੀ ਪੂਰੀ ਕਰਕੇ ਜਦੋਂ ਇੱਕ ਗ੍ਰਹਿ ਇੱਕ ਰਾਸ਼ੀ ਤੋਂ ਦੂਜੀ ਦਿਸ਼ਾ ਦੇ ਵਿੱਚ ਚਲਿਆ ਜਾਂਦਾ ਹੈ, ਉਦੋਂ ਮਹੀਨਾ ਬਦਲ ਜਾਂਦਾ ਹੈ। ਗਿਣਤੀ ਕੀਤੀ ਗਈ ਹੈ ਸੰਸਾਰ ਦੇ ਸਮੇਂ ਦੀ। ਉਹ ਕਿੰਨੇ ਦਿਨਾਂ ਦੇ ਵਿੱਚ ਕਿਤੇ 30 ਆ ਜਾਂਦਾ ਹੈ, ਕਿਤੇ 31 ਆ ਜਾਂਦਾ ਹੈ, ਕਦੇ ਕਦੇ 32 ਵੀ ਆ ਜਾਂਦਾ ਹੈ। ਉਹ ਜਦੋਂ ਮਹੀਨਾ ਬਦਲ ਗਿਆ, ਇੱਕ ਗ੍ਰਹਿ ਤੋਂ ਦੂਜੇ 'ਚ ਪ੍ਰਵੇਸ਼ ਕਰ ਗਿਆ, ਉਹ ਸੰਗਰਾਂਦ ਹੈ। ਬਾਹਰੋਂ ਸੂਰਜ ਨੇ ਤਾਂ ਆਪ ਦੀ ਸੂਰਜ ਏਕੋ ਰੁੱਤ ਅਨੇਕ, ਸੂਰਜ ਨੇ ਤਾਂ ਆਪ ਦੀ ਚਾਲ ਬਦਲ ਲਈ। ਸੂਰਜ ਦੀ ਚਾਲ ਦੇ ਨਾਲ ਥੱਲੇ ਧਰਤੀ ਦਾ, ਆਕਾਸ਼ ਦਾ, ਪਤਾਲ ਦਾ ਹਾਉ ਭਾਉ ਮੌਸਮ ਵੀ ਬਦਲ ਗਿਆ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਤੇਰੇ ਅੰਦਰ ਪ੍ਰਕਾਸ਼ ਦਾ ਸੂਰਜ, ਉਹ ਨਾਮ ਦਾ, ਉਹ ਨਿਰੰਕਾਰ ਦਾ ਸੂਰਜ ਚੱਲਦਾ ਪਿਆ, ਜਦੋਂ ਮਨ ਉਸ ਦੀ ਸੇਜ ਦੇ ਵਿੱਚ ਜਾ ਕੇ ਬੈਠਦਾ ਹੈ, ਉੱਥੇ ਫਿਰ ਕਹਿੰਦੇ ਵਣ ਤਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਪਾਰ। ਫਿਰ ਆ ਰੋਮਾਂ ਨੂੰ ਵਣ ਤ੍ਰਿਣ ਕਿਹਾ ਗਿਆ। ਇਸ ਸਰੀਰ ਦੇ ਵਿੱਚ ਵਸਣ ਵਾਲੇ ਲੱਖਾਂ ਜੀਵ, ਜੋ ਛੋਟੇ ਛੋਟੇ ਸਾਡੇ ਅੰਦਰ ਸੈੱਲਾਂ ਦੇ ਰੂਪ ਵਿੱਚ, ਖੂਨ ਦੇ, ਰਕਤ ਦੇ ਰੂਪ ਵਿੱਚ, ਹੱਡੀਆਂ ਦੇ ਰੂਪ ਵਿੱਚ, ਚਮੜੀ ਦੇ ਰੂਪ ਵਿੱਚ, ਆ ਸਾਡੇ ਰੋਮਾਂ ਦੇ ਵਿੱਚ, ਕਰੋੜਾਂ ਰੋਮਾਂ ਦੇ ਵਿੱਚ ਲੱਖਾਂ ਜੀਵ ਜਿਹੜੇ ਵਸਦੇ ਨੇ। ਜਦੋਂ ਮਨ ਗੁਰਮੰਤਰ ਦਾ ਅਭਿਆਸ ਕਰਕੇ ਅੰਮ੍ਰਿਤ ਦੀ ਨਾਦ ਦੀਆਂ ਧੁਨਾਂ ਦੀ ਖੁਸ਼ਬੂ ਪ੍ਰਾਪਤ ਕਰਦਾ, ਇਹ ਸਾਰੀ ਦੇਹੀ ਵੀ ਨਾਲ ਪ੍ਰਵਾਨ ਹੋ ਜਾਂਦੀ। ਜਿੱਥੇ ਮਹਾਰਾਜ ਕਹਿੰਦੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਇਹ ਦੇਹੀ ਰੂਪੀ ਜਿਹੜੀ ਨਾਲ ਸਾਡੇ ਮਾਲਕ ਨੇ ਇਹ ਜੂਨ ਲਾਈ ਹੋਈ ਹੈ, ਇਹ ਵੀ ਪ੍ਰਵਾਨ ਹੋ ਜਾਂਦੀ। ਤੇ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੇ ਇਸ ਸੰਸਾਰ ਭਵਜਲ ਦੇ ਵਿੱਚੋਂ ਪਾਰ ਉਤਾਰਾ ਕਰਨਾ ਹੈ, ਉਹ ਚੁੱਪਚਾਪ ਬਿਨਾਂ ਕਿਸੇ ਗਿਆਨ ਤੋਂ, ਇਹੜਾਂ ਤਿਹੜਾਂ ਤੋਂ ਉੱਪਰ ਉੱਠ ਕੇ ਗੁਰ ਸ਼ਬਦ ਦੀ ਓਟ ਲੈ ਲੈਣ। ਸ਼ਬਦ ਦਾ ਅਭਿਆਸ ਕਰਕੇ ਅੰਤਰਗਤ ਸੁਨ ਵਿੱਚ ਤੁਹਾਡੇ ਖਜ਼ਾਨਾ ਰੱਖਿਆ ਹੋਇਆ ਹੈ, ਸਹਿਜ ਦੇ ਵਿੱਚ ਖਜ਼ਾਨਾ ਰੱਖਿਆ ਹੋਇਆ ਹੈ, ਉਸ ਨੂੰ ਖੋਜ ਲਓ। ਉੱਥੇ ਸਤਿਗੁਰ ਦਾ ਪ੍ਰਕਾਸ਼ ਹੈ, ਉੱਥੇ ਸਤਿਗੁਰ ਅਨਹਦ ਰੂਪੀ ਕੀਰਤਨ ਕਰ ਰਹੇ ਆ। ਹਰ ਕੀ ਕਥਾ ਅਨਾਹਦ ਬਾਣੀ, ਹੰਸ ਹੋਏ ਹੀਰਾ ਲੈ ਪਛਾਣੀ। ਪਰ ਹੰਸ ਬਣ ਕੇ ਪਛਾਣਨੀ ਪੈਣੀ। ਸਾਡੀ ਦੇਹੀ ਦੇ ਵਿੱਚ ਹੀ ਅਵਸਥਾ ਦੱਸੀ ਹੋਈ ਹੈ। ਇਹ ਅਵਸਥਾ ਦੀ ਪ੍ਰਾਪਤੀ ਗੁਰ ਸ਼ਬਦ ਨਾਲ ਹੈ। ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸਤਿਗੁਰ ਅੱਗੇ ਢਹਿ ਪਾਓ, ਸਭ ਕੁਛ ਜਾਣੇ ਜਾਣ। ਆਓ ਆਪਾਂ ਫਿਰ ਮਨ ਨੂੰ ਸਹਿਜ ਦੇ ਵਿੱਚ ਲੈ ਕੇ ਚੱਲੀਏ। ਨਾਲ ਨਾਲ ਆਪਾਂ ਨਾਮ ਜਪਦਿਆਂ ਜਾਣਾ, ਨਾਲ ਨਾਲ ਅੰਤਰਗਤ ਹੁੰਦਿਆਂ ਜਾਣਾ। ਸਾਰੀ ਸੰਗਤ ਨੇ ਮਿਲ ਕੇ ਜਪਣਾ। ਤੇ ਜਿਹੜੇ ਗੁਰਮੁਖ ਭਾਈ ਬੀਬੀਆਂ ਫਿਰ ਆਏ ਆ, ਫਿਰ ਤੋਂ ਸੁਣ ਲਓ ਵੀ ਆਪਾਂ ਇਸ ਤਰ੍ਹਾਂ ਨਹੀਂ ਕਰਨਾ। ਵਾਹਿਗੁਰੂ ਵਾਹਿਗੁਰੂ ਸੰਗਤ ਜਿਵੇਂ ਕਰਦੀ ਹੈ, ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ ਆਪਾਂ ਜਪਣਾ। ਕਿਉਂਕਿ ਸਵਾਸ ਅੰਦਰ ਜਾਂਦਾ, ਫਿਰ ਥੋੜ੍ਹਾ ਜਿਹਾ ਰੁਕਦਾ, ਫਿਰ ਬਾਹਰ ਨੂੰ ਆਉਂਦਾ, ਫਿਰ ਥੋੜ੍ਹਾ ਜਿਹਾ ਰੁਕਦਾ। ਇਸੇ ਤਰ੍ਹਾਂ ਸਵਾਸ ਗ੍ਰਾਸ ਆਪਾਂ ਜਪਣਾ, ਤਾਂ ਕਿ ਸਾਰੇ ਜਦੋਂ ਮਿਲ ਕੇ ਜਪਾਂਗੇ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਆਪਣੀ ਸਾਰਿਆਂ ਦੀ ਸੁਰਤੀ ਇੱਕ ਹੋ ਜਾਊਗੀ ਤੇ ਸਾਰੀਆਂ ਸੁਰਤੀਆਂ ਦੀ ਇੱਕ ਕੀਮਤ ਹੋ ਜਾਊਗੀ। ਭਾਵ ਸਾਡਾ ਸਾਰਾ ਇੱਕ ਖੇਪ ਦੇ ਰੂਪ ਦੇ ਵਿੱਚ ਉਸ ਦਰਗਾਹ ਵਿੱਚ ਸ਼ਬਦ ਦਾ ਸਾਰਾ ਖੇਲ ਜਮ੍ਹਾਂ ਹੋ ਜਾਏਗਾ। ਸਾਰਾ ਸ਼ਬਦ ਦਾ ਖਜ਼ਾਨਾ ਅਸੀਂ ਮਾਲਕ ਦੇ ਦਰ ਤੇ ਜਮ੍ਹਾਂ ਕਰਵਾਵਾਂਗੇ। ਸੋ ਸਾਰਿਆਂ ਨੇ ਮਿਲ ਕੇ ਜਪਣਾ। ਕਿਸੇ ਨੇ ਵੀ ਵੱਖਰੀ ਆਵਾਜ਼ ਨਹੀਂ ਬਣਾਉਣੀ।
ਵਿੱਚ ਕੁਛ ਗੁਰਮੁਖ ਨੇਤਰ ਖੋਲ੍ਹ ਕੇ ਬੈਠੇ ਰਹਿੰਦੇ ਆ ਬੇਨਤੀ ਕਰਨ ਦੇ ਬਾਵਜੂਦ ਵੀ। ਸੋ ਬਾਹਰੀ ਤੌਰ ਤੋਂ ਆਪਾਂ ਆਪ ਦਾ ਧਿਆਨ ਅੰਦਰ ਮੋੜਨਾ। ਇਸ ਕਰਕੇ ਨਾਮ ਜਪਣ ਸਮੇਂ ਅੱਖਾਂ ਨੂੰ ਬੰਦ ਕਰਕੇ, ਨੇਤਰਾਂ ਨੂੰ ਬੰਦ ਕਰਕੇ ਜਪਣਾ ਹੈ, ਬੋਲ ਬੋਲ ਕੇ ਜਪਣਾ ਹੈ। ਸੰਗ ਸ਼ਰਮ ਲੋਕ ਲੱਜਾ ਨਹੀਂ ਕਰਨੀ ਵੀ ਨਾਲ ਵਾਲਾ ਕੀ ਕਹੇਗਾ। ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੇ ਆ, ਲੋਕ ਲੱਜਾ ਸੰਗ ਸ਼ਰਮ ਤੋਂ ਉੱਪਰ ਉੱਠ ਕੇ ਆਪਾਂ ਜਪਣਾ। ਆਓ ਫਿਰ ਥੋੜ੍ਹੇ ਅਭਿਆਸ ਕਰਕੇ ਤੁਹਾਨੂੰ ਤਰੀਕਾ ਦੱਸਦੇ ਹਾਂ ਕਿਵੇਂ ਸਹਿਜ ਦੇ ਵਿੱਚ ਬੈਠ ਕੇ ਅੰਤਰਗਤ ਫਿਰ ਜੋ ਕੰਨਾਂ ਦੇ ਵਿੱਚ ਅਨਹਦ ਬਾਣੀ ਦੀ ਆਵਾਜ਼ ਚੱਲ ਰਹੀ ਉਸ ਨੂੰ ਸੁਣਨਾ ਹੈ। ਆਓ ਨੇਤਰ ਬੰਦ ਕਰੋ, ਬੋਲ ਬੋਲ ਕੇ ਤਰੀਕੇ ਦੇ ਨਾਲ ਜਪੋ ਜੀ, ਵਾਹਿਗੁਰੂ ਗੁਰੂ। ਜਿਸ ਕਿਸੇ ਗੁਰਮੁਖ ਨੂੰ ਸਮਝ ਨਾ ਆਵੇ ਉਹ ਸੁਣਨ ਦੀ ਅਵਸਥਾ ਵਿੱਚ ਹੋ ਜਾਵੇ, ਪਰ ਗਲਤ ਨਾ ਬੋਲੇ। ਗੁਰੂ ਵਾਹਿਗੁਰੂ 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 ਵਾਹਿਗੁਰੂ। ਅੱਖਾਂ ਬੰਦ ਕਰਕੇ ਬੋਲ ਬੋਲ ਕੇ ਸਾਰਿਆਂ ਨੇ ਸੰਗ ਸ਼ਰਮ ਤੋਂ ਉੱਪਰ ਉੱਠ ਕੇ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪ ਦੀ ਆਵਾਜ਼ ਦੇ ਵਿੱਚ ਪੂਰੀ ਇਕਾਗਰਤਾ ਦੇ ਨਾਲ ਧੁਨ ਮੇ ਧਿਆਨ, ਧਿਆਨ ਮੈਂ ਜਾਣਿਆ। ਵਾਹਿਗੁਰੂ 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 ਵਾਹਿਗੁਰੂ। ਅੱਖਾਂ ਬੰਦ ਕਰਕੇ ਸਾਰਿਆਂ ਨੇ ਬੋਲ ਕੇ ਜਪਣਾ। ਅੱਖਾਂ ਬੰਦ ਕਰਨੀਆਂ ਸਾਰਿਆਂ ਨੇ। ਵਾਹਿਗੁਰੂ 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 ਵਾਹਿਗੁਰੂ।
ਗੁਰੂ ਵਾਹ 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 ਗੁਰੂ ਆਵਾਜ਼ ਨੂੰ ਸਹਿਜ ਕਰਦੇ ਜਾਓ, ਹੌਲੀ ਹੌਲੀ ਅੰਤਰਗਤ ਹੁੰਦੇ ਜਾਓ। ਨੇਤਰ ਬੰਦ ਰੱਖਣੇ, ਅੱਖਾਂ ਬੰਦ ਰੱਖਣੀਆਂ ਸਾਰਿਆਂ ਨੂੰ। ਹੌਲੀ 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 ਅੰਤਰਗਤ ਹੁੰਦੇ ਜਾਓ। ਆਵਾਜ਼ ਨੂੰ ਹੌਲੀ ਕਰਦਿਆਂ ਅੱਖਾਂ ਬੰਦ ਰੱਖੋ। ਵਾਹਿਗੁਰੂ ਜੀ, ਸਤਿਗੁਰੂ ਜੀ ਦੇ ਹੁਕਮ
ਹੁਕਮ ਦੇ ਵਿੱਚ ਬੈਠ ਕੇ ਬੇਨਤੀ ਮੰਨੋ ਜੀ। ਹੌਲੀ ਹੌਲੀ ਅੰਤਰਗਤ ਹੁੰਦੇ ਅੰਤਰਗਤ ਬਿਨਾਂ ਬੋਲੇ ਸਵਾਸ ਦੇ ਨਾਲ ਕਰਨਾ ਹੈ। ਜਦੋਂ ਸਾਹ ਅੰਦਰ ਜਾਂਦਾ ਹੈ ਵਾਹੇ ਨੂੰ ਮਹਿਸੂਸ ਕਰਨਾ ਹੈ, ਸਵਾਸ ਬਾਹਰ ਨੂੰ ਆਉਂਦਾ ਤਾਂ ਗੁਰੂ ਨੂੰ ਮਹਿਸੂਸ ਕਰਨਾ ਹੈ। ਅੰਤਰਗਤ ਹੀ ਮਨ ਵਿੱਚ ਸਾਹ ਨਾਲ ਧਿਆਨ ਜੋੜ ਕੇ ਸਵਾਸਾਂ ਦੇ ਨਾਲ ਅੰਤਰਗਤ ਬਿਨਾਂ ਜੀਵਾ ਹਿਲਾਏ ਬੜੇ ਪਿਆਰ ਨਾਲ, ਜ਼ੋਰ ਨਹੀਂ ਲਾਉਣਾ। ਜਿਵੇਂ ਸਵਾਸ ਚੱਲ ਰਿਹਾ ਹੈ ਬਸ ਸਵਾਸ ਦੇ ਵਿੱਚ ਧਿਆਨ ਜੋੜ ਕੇ ਇਹਦੇ ਨਾਲ ਹੀ ਹੌਲੀ ਹੌਲੀ ਅੰਤਰਗਤ ਜਾਏ ਵਾਹੇ, ਬਾਹਰ ਨੂੰ ਆਏ ਤਾਂ ਗੁਰੂ ਨੂੰ ਮਹਿਸੂਸ ਕਰਨਾ ਹੈ। ਸਰੀਰ ਨੂੰ ਥਿਰ ਰੱਖਣਾ ਹੈ, ਬਿਲਕੁਲ ਸਹਿਜ ਦੇ ਨਾਲ ਬੈਠ ਕੇ ਬੜੇ ਪਿਆਰ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਵਸਥਾ ਨੂੰ ਮਹਾਰਾਜ ਨੇ ਕਿਹਾ, ਨਾਨਕ ਹਰ ਜੀ ਮਇਆ ਕਰ ਸ਼ਬਦ ਸਵਾਰਨ। ਹੁਣ ਆਪ ਸਭ ਨੇ ਅਨੁਭਵ ਕੀਤਾ ਵੀ ਜਿਵੇਂ ਆਪਾਂ ਸ਼ਬਦ ਜਪਦੇ ਗਏ, ਸੁਰਤੀ ਨੂੰ ਇਕਾਗਰਤਾ ਆਉਂਦੀ ਗਈ, ਸਹਿਜ ਆਉਂਦਾ ਗਿਆ, ਆਨੰਦ ਆਉਂਦਾ ਗਿਆ, ਆਉਂਦਾ ਗਿਆ, ਆਉਂਦਾ ਗਿਆ, ਮਨ ਸਵਾਰਿਆ ਗਿਆ ਸ਼ਬਦ ਨਾਲ। ਹੁਣ ਆਪਾਂ ਪਿਛਲੇ 1-ਸਵਾ ਘੰਟੇ ਤੋਂ ਸੰਗਤ ਦੇ ਵਿੱਚ ਬੈਠੇ ਬੈਠ ਕੇ ਨਾਮ ਜਪ ਰਹੇ ਹਾਂ, ਨਾਮ ਦੀ ਮਹਿਮਾ ਸੁਣ ਰਹੇ ਹਾਂ। ਕਿੰਨੀ ਸ਼ਾਂਤੀ ਆ ਗਈ ਮਨ ਨੂੰ। ਤੇ ਇਹੀ ਜਦੋਂ ਆਪਾਂ ਸੰਗਤ ਤੋਂ, ਗੁਰੂ ਘਰ ਤੋਂ, ਗੁਰਮੰਤਰ ਤੋਂ ਪਾਸੇ ਹਟ ਕੇ ਵਿਚਾਰਾਂ ਦੇ ਵਿੱਚ ਲੱਗ ਜਾਂਦੇ ਹਾਂ, ਅਗਨ ਬਲ ਪੈਂਦੀ ਆ ਅੰਦਰ। ਬੈਰ ਵਿਰੋਧ, ਕਾਮ ਕ੍ਰੋਧ ਮੋਹ ਝੂਠ ਵਿਕਾਰ, ਮਹਾਲੋਭ ਤਰੋ ਇਹੋ ਜੁਗਤ ਬਿਹਾਨੇ ਕਈ ਜਨਮ। ਜੋ ਸਾਵਣ ਦੇ ਮਹੀਨੇ ਦੇ ਵਿੱਚ, ਜੋ ਅੱਜ ਦੀ ਸੰਗਰਾਂਦ ਵਾਲੇ ਦਿਨ 12 ਮਾਹ ਚ ਆਪਾਂ ਨੂੰ ਉਪਦੇਸ਼ ਹੁੰਦਾ ਹੈ, ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਸਹਿਜ ਦੇ ਵਿੱਚ ਜਾ ਕੇ ਸ਼ਬਦ ਦੇ ਨਾਲ, ਫਿਰ ਸੁਰ ਦੇ ਵਿੱਚ, ਸਮਾਧੀ ਦੇ ਵਿੱਚ, ਸੁਰਤੀ ਦੁਆਰਾ ਬੈਠਣਾ ਹੈ। ਇਹ ਤੁਹਾਨੂੰ ਅੰਦਰੋਂ ਮਾਲਕ ਰੋਜ਼ ਦਾ ਰੋਜ਼ ਤੁਸੀਂ ਜਦੋਂ ਇਸ ਤਰ੍ਹਾਂ ਗੁਰਮੰਤਰ ਨਾਲ ਅਭਿਆਸ ਕਰਕੇ ਅੰਤਰਗਤ ਬੈਠੋਗੇ, ਉਹ ਜਿਹੜੀ ਅੰਦਰ ਅਨਹਦ ਬਾਣੀ ਚੱਲ ਰਹੀ ਹੈ, ਗੁਪਤ ਹੋ ਕੇ ਚੱਲ ਰਹੀ ਹੈ, ਉਹ ਸੁਣਨੀ ਸ਼ੁਰੂ ਹੋ ਜਾਏਗੀ। ਕਿਸ ਤਰ੍ਹਾਂ ਵੱਜਦੀ ਉਹ ਅਨਹਦ ਬਾਣੀ? ਫਿਰ ਮਹਾਰਾਜ ਕਹਿੰਦੇ ਨੇ, ਕਰ ਕਰ ਤਾਲ ਪਖਾਵਜ ਨੈਣੋ। ਜਿਹੜੇ ਕੰਨ ਨੇ ਉਹਨਾਂ ਵਿੱਚ ਤਾਲ, ਨੈਣਾ ਦੇ ਉੱਤੇ ਪਖਾਵਜ। ਕਰ ਕਰ ਤਾਲ ਪਖਾਵਜ ਨੈਣੋ, ਮਾਥੇ ਵਜੈ ਰਬਾਬਾ, ਕਰਨੋ ਮਧ ਬਾਂਸਰੀ ਵਾਜੈ, ਜੀਵਾ ਤੁਮ ਅਗਾਚਾ। ਨਿਰਤ ਕਰੈ ਕਰ ਮਨੁਆ ਨਾਚੈ, ਆਣੈ ਘੂੰਗਰ ਸਾਜਾ, ਰਾਮ ਕੋ ਨਿਰਤਕਾਰੀ। ਫਿਰ ਅੰਦਰ ਘੁੰਗਰੂਆਂ ਦੇ, ਪਖਾਵਜ ਦੇ, ਰਬਾਬ ਦੇ, ਬੰਸਰੀ ਦੇ ਸ਼ਬਦ ਸ਼ੁਰੂ ਹੁੰਦੇ ਗੁਰਮੰਤਰ ਦੀ ਕਮਾਈ ਨਾਲ। ਜੋ ਅਸੀਂ ਬਾਹਰ ਕੀਰਤਨ ਸੁਣਦੇ ਸੀ, ਉਹ ਅੰਦਰ ਸਾਜਾਂ ਦੇ ਰੂਪ ਵਿੱਚ, ਬਿਨਾਂ ਭਾਸ਼ਾ ਤੋਂ। ਉੱਥੇ ਕੋਈ ਵਰਣਾਤਮਕ ਭਾਸ਼ਾ, ਵਾਹਿਗੁਰੂ, ਹਰੀ, ਰਾਮ, ਇਹ ਨਹੀਂ, ਸਿਰਫ ਸਾਜ ਜਾਂ ਅੰਮ੍ਰਿਤ, ਮੁੱਖ ਵਿੱਚ ਮਿਠਾਸ, ਧਿਆਨ ਦੇ ਅੱਗੇ ਚਾਨਣ, ਨੇਤਰਾਂ ਦੇ ਅੱਗੇ ਚਾਨਣ। ਇਸ ਅਵਸਥਾ ਦੇ ਵਿੱਚ ਆਪਾਂ ਜਾਣਾ ਹੈ। ਫਿਰ ਸਾਡਾ ਜਿਹੜਾ ਹੈ ਉਹ ਸੌਣ ਜਿਹੜਾ ਪ੍ਰਵਾਨ ਹੋਣਾ ਹੈ। ਫਿਰ ਮਹਾਰਾਜ ਕਹਿੰਦੇ ਨੇ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ, ਸਰੇ ਹਰ ਗੁਰ ਆਰਾਧਿਆ, ਦਰਗਾ ਸਚ। ਨਾਮ ਤੇ ਆਵਾਂਗੇ, ਫਿਰ ਹਰ ਤਰ੍ਹਾਂ ਦਾ ਕਾਰਜ ਵੀ ਪੂਰਾ ਹੋਏਗਾ। ਦਰਗਾਹ ਦੇ ਵਿੱਚ ਵੀ ਖਰੇ ਦੇ ਖਰੇ ਸੱਚ ਦੇ ਅੱਗੇ ਅਸੀਂ ਪ੍ਰਵਾਨ ਹੋਵਾਂਗੇ। ਜਦੋਂ ਇਸ ਤਰ੍ਹਾਂ ਗੁਰਮਤਿ ਦੀ ਕਸਵੱਟੀ ਦੇ ਆਪ ਦੇ ਆਪ ਨੂੰ ਪੂਰਾ ਉਤਾਰਾਂਗੇ। ਫਿਰ ਜਿਹੜੇ ਪੰਜ ਵਿਖਾਤੀ ਏਕ ਗਰੀਬਾ, ਇਹ ਜਿਹੜੇ ਪੰਜੇ ਦੂਤ ਕਾਮ ਕ੍ਰੋਧ ਮੋਹ ਹੰਕਾਰ ਸਾਨੂੰ ਵਿਚਾਰ ਦਿੰਦੇ,
ਇਹ ਮਾਇਆ ਇਹ ਕਾਲ ਸਾਨੂੰ ਤੰਗ ਕਰਦੇ ਆ, ਤੇ ਮਹਾਰਾਜ ਕਹਿੰਦੇ ਜਦੋਂ ਸ਼ਬਦ ਦਾ ਜਾਪ ਕਰੋਗੇ, ਸ਼ਬਦ ਸੁਣੈ ਤਾਂ ਦੂਰੋਂ ਭਾਗੇ, ਇਹ ਵੀ ਭੱਜ ਜਾਂਦੇ ਸ਼ਬਦ ਦੇ ਜਾਪ ਨਾਲ। ਉਸ ਤਰ੍ਹਾਂ ਸਾਨੂੰ ਸਾਰੀ ਦਿਹਾੜੀ ਸਾਰੀ ਰਾਤ ਫੜੀ ਰੱਖਦੇ ਆ, ਪਰ ਮਹਾਰਾਜ ਕਹਿੰਦੇ ਜਦੋਂ ਇਹ ਗੁਰਮੰਤਰ ਜਪੋਗੇ, ਅਨਹਦ ਬਾਣੀ ਚੱਲੇਗੀ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਹੈ, ਕਲਾ ਪ੍ਰਗਟ ਹੋ ਜਾਂਦੀ ਹੈ। ਕਹਿੰਦੇ ਪੰਜ ਦੂਤ ਤੁਧ ਵਸ ਕੀਨੇ, ਕਾਲ ਕੰਟਕ ਮਾਰਿਆ। ਜਿਹੜਾ ਕਦੇ ਕ੍ਰੋਧ ਚੜ ਜਾਂਦਾ ਹੈ, ਕਦੇ ਕਾਮ ਦੇ ਵਿਚਾਰ ਚੱਲ ਪੈਂਦੇ ਆ, ਕਦੇ ਤ੍ਰਿਸ਼ਨਾ ਆ ਜਾਂਦੀ ਹੈ, ਕਦੇ ਡਰ ਲੱਗਣ ਲੱਗ ਜਾਂਦਾ ਹੈ, ਕਦੇ ਬੱਚਿਆਂ ਪਾਸੇ ਧਿਆਨ, ਕਦੇ ਮਾਂ-ਬਾਪ ਪਾਸੇ ਧਿਆਨ, ਕਦੇ ਮੋਹ ਵਿੱਚ, ਕਦੇ ਕਿਵੇਂ ਕਦੇ ਕਿਵੇਂ। ਇਹ ਜਿਹੜਾ ਸਾਰਾ ਦਿਨ ਚਾਰ ਕੁੰਡ ਦਹਿ ਦਿਸ ਭਰਮੇ, ਚਾਰੇ ਕੁੰਡਾਂ ਵਿੱਚ ਦਸੇ ਦਿਸ਼ਾਵਾਂ ਵਿੱਚ ਮਨ ਭਰਮਦਾ ਫਿਰਦਾ, ਇਹ ਜਦੋਂ ਫਿਰ ਸ਼ਬਦ ਦਾ ਪਹਿਰਾ ਦਿੰਦੇ ਹੋ, ਇਸ ਤਰ੍ਹਾਂ ਗੁਰੂ ਦੇ ਮੰਤਰ ਦਾ ਜਾਪ ਸ਼ੁਰੂ ਕਰਦੇ ਹੋ। ਜਾਪ ਦੇ ਨਾਲ ਨਾਲ ਪ੍ਰੈਕਟੀਕਲ ਅੰਤਰਗਤ ਬੈਠਣਾ, ਸੋਣ ਸਮਾਧੀ ਸ਼ੁਰੂ ਕਰਦੇ ਹੋ। ਕਹਿੰਦੇ ਪੰਜ ਦੂਤ ਤੁਧ ਵਸ ਕੀਨੇ, ਇਹ ਪੰਜੇ ਦੂਤ ਵਸ ਆਉਂਦੇ ਕਾਲ ਕੰਟਕ ਮਾਰੇ। ਅਸੀਂ ਅੱਜ ਤੱਕ ਬਹੁਤ ਸਾਰੀਆਂ ਕਥਾ ਵਿਚਾਰਾਂ ਸੁਣੀਆਂ ਹੋਣਗੀਆਂ, ਪਰ ਜੋ ਇਹ ਸ਼ਬਦ ਦੀ ਕਥਾ ਹੈ, ਇਹ ਵਿਰਲੇ ਸਮੇਂ ਵਿੱਚ ਵਿਰਲੇ ਗੁਰਮੁਖਾਂ ਪਾਸੋਂ ਪਰਥਿਆਈ ਜਾਂਦੀ। ਇਹ ਸ਼ਬਦ ਦੀ ਕਥਾ ਆਪਾਂ ਸੁਣਨੀ ਹੈ, ਸ਼ਬਦ ਨੂੰ ਮਨ 'ਚ ਵਸਾਉਣਾ ਹੈ, ਸ਼ਬਦ ਦੁਆਰਾ ਆਪਣੇ ਸਾਰੇ ਕਾਰਜ ਰਾਸ ਆਉਣਗੇ। ਸੋ ਅੱਜ ਦੇ ਦਿਨ ਦੇ ਵਿੱਚ ਜੋ ਗੁਰਮੁਖਾਂ ਨੇ ਇਹ ਉਪਰਾਲਾ ਕੀਤਾ ਹੈ, ਪਿੰਡ ਖੁੱਡਾ ਲਾਹੌਰਾ ਦੀ ਸਾਧ ਸੰਗਤ ਨੇ, ਚੰਡੀਗੜ੍ਹ ਦੀ ਸਾਧ ਸੰਗਤ ਨੇ ਰਲ ਮਿਲ ਕੇ ਜੋ ਉਪਰਾਲਾ ਕੀਤਾ ਹੈ, ਇਸ ਉਪਰਾਲੇ ਦੇ ਲਈ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ।